My name is Ajit Pal Singh and I am your science teacher. So student, today we will discuss about the next part of the chapter, that is nutrition in animals. ਤਾਂ ਬੇਟਾ nutrition in animals ਦੇ ਵਿੱਚ ਆਪਾਂ ਇੱਕ ਸਪੈਸ਼ਲ ਕੇਸ ਪੜਾਂਗੇ nutrition in human। ਤਾਂ ਬੇਟਾ ਹਿਊਮਨ ਡਾਈਜੈਸਟਿਵ ਸਿਸਟਮ ਆ ਜਿਹੜਾ, ਮਤਲਬ ਨਿਊਟ੍ਰੀਸ਼ਨ ਦੇ ਵਿੱਚ ਡਾਈਜੈਸਟਿਵ ਸਿਸਟਮ ਦਾ ਬਹੁਤ ਹੀ ਇੰਪੋਰਟੈਂਟ ਰੋਲ ਆ, ਕਿਉਂਕਿ ਜਿਹੜੇ 5 ਪ੍ਰੋਸੈਸ ਨੇ ਉਹ ਡਾਈਜੈਸਟਿਵ ਸਿਸਟਮ ਨੇ ਹੀ ਕਰਨੇ ਨੇ ਸਾਰੇ, ਹੈ ਨਾ। ਤਾਂ ਆਪਾਂ ਦੇਖਦੇ ਹਾਂ ਬੇਟਾ, ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲੀ ਆਪਣਾ ਜਿਹੜਾ ਦੁਆਰ ਹੈਗਾ ਆਪਣੇ ਮੂੰਹ ਦਾ, ਉਹ ਮੂੰਹ ਦਾ ਦੁਆਰ ਆ, ਮੁੱਖ ਦੁਆਰ ਆ, ਜਿਹਦੇ ਦੁਆਰਾ ਆਪਾਂ ਫੂਡ ਨੂੰ ਇੰਜੈਸਟ ਕਰਦੇ ਹਾਂ। ਠੀਕ ਹੈ, ਪਹਿਲਾ ਜਿਹੜਾ ਆਪਣਾ ਹੋ ਗਿਆ ਨਾ, ਪਹਿਲਾ ਪਾਰਟ ਹੋ ਗਿਆ ਨਿਊਟ੍ਰੀਸ਼ਨ ਦੇ ਵਿੱਚ ਇੰਜੈਸ਼ਨ। ਤਾਂ ਆਪਾਂ ਉਹ ਕਿਹਦੇ ਦੁਆਰਾ ਕਰਦੇ ਹਾਂ ਬੇਟਾ? ਉਹ ਆਪਾਂ ਆਪਦੇ ਮਾਊਥ ਦੁਆਰਾ ਕਰਦੇ ਹਾਂ। ਮਾਊਥ ਦਾ ਦੂਜਾ ਨਾਮ ਹੈ ਤੁਹਾਡਾ ਬਕਲ ਕੈਵਿਟੀ। ਠੀਕ ਹੈ ਜੀ, ਦੂਜਾ ਨਾਮ ਹੈਗਾ ਮਾਊਥ ਦਾ ਬਕਲ ਕੈਵਿਟੀ। ਬੇਟਾ ਜਿਹੜੀ ਬਕਲ ਕੈਵਿਟੀ ਆ ਨਾ, ਇਹਦੇ ਵਿੱਚ ਹੀ ਡਾਈਜੈਸ਼ਨ ਸ਼ੁਰੂ ਹੋ ਜਾਂਦੀ ਆ। ਇਹਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਹੜਾ ਸਟਾਰਚ ਹੁੰਦਾ ਗਾ ਉਹ ਬ੍ਰੇਕਡਾਊਨ ਹੋਣਾ ਸ਼ੁਰੂ ਹੋ ਜਾਂਦਾ ਗਾ। ਸਟਾਰਚ ਗਲੂਕੋਜ਼ ਦੇ ਵਿੱਚ ਬ੍ਰੇਕਡਾਊਨ ਹੋ ਜਾਂਦਾ। ਠੀਕ ਹੈ ਜੀ, ਇਹਦੇ ਲਈ ਆਪਾਂ ਇੱਕ ਐਕਟੀਵਿਟੀ ਵੀ ਕਰਾਂਗੇ। ਉਹ ਐਕਟੀਵਿਟੀ ਆਪਾਂ ਜਿਹੜੀ ਆ ਵੀ ਐਕਟੀਵਿਟੀਜ਼ ਨੇ ਉਹ ਲਾਸਟ 'ਚ ਕਰਾਂਗੇ। ਇੱਕ ਟੰਗ ਵਾਲੀ ਐਕਟੀਵਿਟੀ ਆ, ਇੱਕ ਉਹ ਵਾਲੀ ਐਕਟੀਵਿਟੀ ਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਸਟਾਰਚ ਹੁੰਦਾ ਗਾ ਉਹ ਮੂੰਹ ਦੇ ਵਿੱਚ ਹੀ ਡਾਈਜੈਸਟ ਹੋਣਾ ਸ਼ੁਰੂ ਹੋ ਜਾਂਦਾ, ਮਤਲਬ ਮੂੰਹ ਦੇ ਵਿੱਚ ਹੀ ਉਹ ਗਲੂਕੋਜ਼ ਬਣਨਾ ਉਹਦਾ ਸ਼ੁਰੂ ਹੋ ਜਾਂਦਾ ਗਾ। ਇਹ ਕਿਉਂ ਬੇਟਾ ਮੂੰਹ ਦੇ ਵਿੱਚ ਕਿਉਂ ਸ਼ੁਰੂ ਹੋ ਜਾਂਦਾ ਇਹ ਸਾਰਾ ਕੁਝ? ਕਿਉਂਕਿ ਬੇਟਾ ਮੂੰਹ ਦੇ ਵਿੱਚ ਆਪਣੇ ਇੱਕ ਐਨਜ਼ਾਈਮ ਹੁੰਦਾ। ਹੁਣ ਬੇਟਾ ਐਨਜ਼ਾਈਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੀ ਹੁੰਦੇ ਨੇ। ਐਨਜ਼ਾਈਮ ਆਰ ਸਮ ਕਾਈਂਡ ਆਫ ਕੈਮੀਕਲਸ ਵਿਚ ਹੈਲਪ ਇਨ ਬ੍ਰੇਕਡਾਊਨ ਆਫ ਨਿਊਟਰੀਐਂਟਸ। ਠੀਕ ਹੈ, ਜਿਹੜੇ ਨਿਊਟਰੀਐਂਟਸ ਦੇ ਬ੍ਰੇਕਡਾਊਨ ਲਈ ਹੈਲਪ ਕਰਦੇ ਨੇ, ਦੋਜ਼ ਆਰ ਨੋਨ ਐਜ਼ ਐਨਜ਼ਾਈਮ ਇਨ ਅ ਬਾਇਓਲੋਜੀਕਲ ਪ੍ਰੋਸੈਸ। ਠੀਕ ਹੈ, ਜਿਹੜਾ ਬਾਇਓਲੋਜੀ ਦੇ ਪ੍ਰੋਸੈਸਿਸ ਦੇ ਵਿੱਚ। ਤਾਂ ਬੇਟਾ ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਮੂੰਹ ਦੇ ਵਿੱਚ ਸਲਾਈਵਾ ਹੁੰਦਾ, ਜਿਹਨੂੰ ਆਪਾਂ ਲਾਰ ਕਹਿ ਦਿੰਦੇ ਹਾਂ, ਲਾਰ, ਹੈ ਨਾ। ਉਹ ਸਲਾਈਵਾ ਹੁੰਦਾ ਜਿਹੜਾ ਬੇਟਾ, ਸਲਾਈਵੇ ਦੇ ਵਿੱਚ ਨਾ ਅਮਾਈਲੇਸ ਨਾਮ ਦਾ ਐਨਜ਼ਾਈਮ ਹੁੰਦਾ। ਕੀ ਹੁੰਦਾ ਸਲਾਈਵਾ ਦੇ ਵਿੱਚ? ਅਮਾਈਲੇਸ, AMYLASE, ਅਮਾਈਲੇਸ। ਠੀਕ ਹੈ, ਅਮਾਈਲੇਸ ਵੀ ਬੋਲਦੇ ਨੇ ਉਹਨੂੰ ਟਾਇਲਿਨ ਵੀ ਬੋਲਦੇ ਨੇ, PTILYN, ਟਾਇਲਿਨ। ਠੀਕ ਹੈ, P ਸਾਇਲੈਂਟ ਹੁੰਦਾ ਇਹਦੇ ਵਿੱਚ। ਇਹ ਦੋ ਚੀਜ਼ਾਂ ਤੁਹਾਡੀ ਸ਼ਾਇਦ ਬੁੱਕ 'ਚ ਹੋਣੀਆਂ ਨਹੀਂ, ਬਟ ਫਿਰ ਵੀ ਇਹਨਾਂ ਨੂੰ ਯਾਦ ਰੱਖ ਲਓ, ਇੱਕ ਬ੍ਰੈਕਟ ਪਾ ਕੇ ਅਮਾਈਲੇਸ ਸ਼ਬਦ ਲਿਖ ਲਓ। ਠੀਕ ਹੈ, ਅਮਾਈਲੇਸ ਉਹ ਐਨਜ਼ਾਈਮ ਆ ਪੁੱਤ, ਜਿਹੜਾ ਐਨਜ਼ਾਈਮ ਕਿਹਨਾਂ ਨੂੰ ਬ੍ਰੇਕਡਾਊਨ ਕਰਦਾ ਗਾ? ਸਟਾਰਚ ਨੂੰ ਗਲੂਕੋਜ਼ ਦੇ ਵਿੱਚ ਬ੍ਰੇਕਡਾਊਨ ਕਰਦਾ, ਅਤੇ ਆਪਣੇ ਸਲਾਈਵਾ ਦੇ ਵਿੱਚ ਹੀ ਮੌਜੂਦ ਹੁੰਦਾ ਗਾ। ਹੋਰ ਵੀ ਬਾਕੀ ਕਾਫੀ ਜਗ੍ਹਾ 'ਤੇ ਮੌਜੂਦ ਹੁੰਦਾ, ਬਟ ਸ਼ੁਰੂਆਤ ਜਿਹੜੀ ਡਾਈਜੈਸ਼ਨ ਦੀ ਆ ਉਹ ਆਪਣੇ ਮਾਊਥ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਆ। ਮਤਲਬ ਬ੍ਰੇਕਡਾਊਨ ਆਫ ਕੰਪਲੈਕਸ ਸਬਸਟੈਂਸਿਸ ਇਨਟੂ ਸਿੰਪਲਰ ਸਬਸਟੈਂਸਿਸ ਮਾਊਥ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਆ। ਹੋਰ ਬੇਟਾ ਮਾਊਥ ਦੇ ਵਿੱਚ ਕੀ ਹੁੰਦਾ ਗਾ? ਹੋਰ ਮਾਊਥ ਦੇ ਵਿੱਚ ਆਪਣੇ ਕੋਲ ਹੁੰਦਾ ਹੈਗਾ ਇੱਕ ਟੀਥ ਹੁੰਦੇ ਨੇ। ਠੀਕ ਹੈ ਜੀ, 32 ਦੰਦ ਹੁੰਦੇ ਨੇ। ਇਹ ਦੰਦਾਂ ਵਾਲਾ ਵੀ ਅਗਲਾ ਆਪਾਂ ਦੇਖਾਂਗੇ ਵੀ ਕੰਸੈਪਟ ਕੀ ਹੈਗਾ। ਠੀਕ ਹੈ, ਇਹ ਡੈਂਟਲ ਫਾਰਮੂਲਾ ਹੁੰਦਾ ਗਾ। ਐਡਲਟ ਦਾ ਡੈਂਟਲ ਫਾਰਮੂਲਾ ਅਲੱਗ, ਚਾਈਲਡ ਦਾ ਡੈਂਟਲ ਫਾਰਮੂਲਾ ਅਲੱਗ ਹੁੰਦਾ। ਉਹ ਆਪਾਂ ਵੈਰੀ ਡਿਫਰੈਂਟ ਯੂ ਕੈਨ ਸੇ ਵੀਡੀਓ ਵਿੱਚ ਹੀ ਗੱਲ ਕਰਾਂਗੇ ਉਹਦੇ ਬਾਰੇ। ਇਸ ਦੇ ਵਿੱਚ ਮੈਂ ਸਿਰਫ ਹਿਊਮਨ ਡਾਈਜੈਸਟਿਵ ਸਿਸਟਮ ਦੀ ਗੱਲ ਕਰੂੰ। ਜਿਹੜੇ ਪੇਜਿਸ ਮੈਂ ਇਹਦੇ ਵਿੱਚ ਪਾਏ ਨੇ ਉਹ ਸਿਰਫ ਹਿਊਮਨ ਡਾਈਜੈਸਟਿਵ ਸਿਸਟਮ ਦੇ ਨੇ। ਐਕਸਟਰਾ ਚੀਜ਼ ਆ ਜਿਹੜੀ, ਜਿਹਦੇ ਵਿੱਚ ਹੀ ਤੁਹਾਡੀ ਐਕਟੀਵਿਟੀ 1 ਆ ਅਤੇ ਐਕਟੀਵਿਟੀ 2 ਆ, ਹੈ ਨਾ, ਉਹ ਆਪਾਂ ਡਿਫਰੈਂਟ ਅਗੇਨ ਤੋਂ ਬਾਅਦ 'ਚ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ। ਤਾਂ ਹੁਣ ਬੇਟਾ ਉਹ ਮਾਊਥ ਹੈ। ਠੀਕ ਹੈ, ਮਾਊਥ ਦੇ ਵਿੱਚ ਇੱਕ ਟੰਗ ਹੋ ਗਈ। ਠੀਕ ਹੈ ਜੀ, ਇੱਕ ਆਪਣੇ ਕੋਲ ਹੋ ਗਿਆ ਟੀਥ ਹੋ ਗਏ, ਅਤੇ ਨਾਲ ਦੀ ਨਾਲ ਇੱਥੇ ਕੀ ਹੁੰਦਾ? ਸਲਾਈਵਾ ਪ੍ਰੈਜ਼ੈਂਟ ਹੁੰਦਾ। ਸਲਾਈਵਾ ਪੁੱਤ ਕਿੱਥੋਂ ਨਿਕਲਦਾ? ਸਲਿਵਰੀ ਗਲੈਂਡਸ ਤੋਂ ਨਿਕਲਦਾ। ਕਿੱਥੋਂ ਨਿਕਲਦਾ? ਸਲਾਈਵਰੀ ਗਲੈਂਡਸ। ਗਲੈਂਡਸ ਕੀ ਹੁੰਦੇ ਨੇ ਬੇਟਾ? ਗਲੈਂਡਸ ਆਰ ਸਪੈਸ਼ਲਾਈਜ਼ਡ ਟਿਸ਼ੂ। ਠੀਕ ਹੈ, ਵਿਚ ਹੈਲਪ ਟੂ ਸਕਰੀਟ ਸਮ ਐਨਜ਼ਾਈਮ। ਠੀਕ ਹੈ, ਜਿਹੜੇ ਐਨਜ਼ਾਈਮ ਸਕਰੀਟ ਕਰਦੇ ਨੇ ਉਹਨਾਂ ਨੂੰ ਆਪਾਂ ਐਸੇ ਇੱਕ ਟਿਸ਼ੂ ਹੁੰਦੇ ਨੇ, ਇੱਕ ਪਾਊਚ ਹੁੰਦੇ ਨੇ। ਠੀਕ ਹੈ, ਇੱਕ ਯੂ ਕੈਨ ਸੇ ਪੈਕਟਸ ਹੁੰਦੇ ਨੇ ਐਨਜ਼ਾਈਮਸ ਦੇ, ਉਹਨਾਂ ਨੂੰ ਆਪਾਂ ਗਲੈਂਡਸ ਬੋਲਦੇ ਹਾਂ। ਇੱਕ ਤਰ੍ਹਾਂ ਨਾਲ ਆਪਦੇ ਮਾਈਂਡ 'ਚ ਪਿਕਚਰ ਬਣਾ ਲਓ ਵੀ ਗਲੈਂਡਸ ਇੱਕ ਤਰ੍ਹਾਂ ਦੇ ਪਾਊਚ ਨੇ ਜਿਹੜੇ ਕੁਛ ਸਕਰੀਟ ਕਰਦੇ ਨੇ। ਠੀਕ ਹੈ ਬੇਟਾ, ਨੈਕਸਟ ਆਓ ਜੀ। ਆਪਾਂ ਕਹਿੰਦੇ ਹਾਂ ਸਲਿਵਰੀ ਅਮਾਈਲੇਸ ਆ ਬ੍ਰੇਕਡਾਊਨ ਸਟਾਰਚ ਇਨਟੂ ਸ਼ੂਗਰ। ਟੰਗ ਰੋਲਸ ਐਂਡ ਪੁਸ਼ਿਸ ਦਾ ਫੂਡ ਇਨਟੂ ਈਸੋਫੇਗਸ। ਠੀਕ ਹੈ, ਅੱਗੇ ਬੇਟਾ ਜਿਹੜਾ ਸੈਕਿੰਡ ਪਾਰਟ ਆ ਜਾਂਦਾ ਆਪਣੇ ਲਾਈਕ ਡਾਈਜੈਸਟਿਵ ਸਿਸਟਮ ਦਾ, ਉਹ ਹੈ ਈਸੋਫੇਗਸ। ਈਸੋਫੇਗਸ ਕੀ ਆ ਪੁੱਤ? ਭੋਜਨ ਨਾਲੀ। ਠੀਕ ਹੈ, ਜਿਹੜੀ ਆਪਣੇ ਮੂੰਹ ਤੋਂ ਲੈ ਕੇ ਪੇਟ ਤੱਕ ਜਾਂਦੀ ਹੈ, ਇੱਕ ਗੋਲ ਨਾੜੀ ਜਾਂਦੀ ਆ ਨਾ। ਠੀਕ ਹੈ, ਨਾਲੀ ਉਹ ਪਾਈਪ ਵਾਂਗੂ ਹੁੰਦੀ ਆ, ਉਹ ਨੀਚੇ ਤੱਕ ਜਾਂਦੀ ਆ, ਦੈਟ ਇਜ਼ ਨੋਨ ਐਜ਼ ਈਸੋਫੇਗਸ। ਠੀਕ ਹੈ ਬੇਟਾ, ਈਸੋਫੇਗਸ ਨਾ ਹੁੰਦੀ ਹੈ ਜਿਹੜੀ, ਉਹ ਲਗਾਤਾਰ ਕੰਟਰੈਕਟ ਹੁੰਦੀ ਜਾਂਦੀ ਆ,
ਐਕਸਪੈਂਡ ਹੁੰਦੀ ਆ, ਐਕਸਪੈਂਸ਼ਨ ਐਂਡ ਕੰਟਰੈਕਸ਼ਨ ਹੁੰਦੀ ਜਾਂਦੀ ਆ ਉਹਦੀ, ਠੀਕ ਹੈ। ਉਹ ਕਿਉਂ ਕਰਦੀ ਹੈ ਐਕਸਪੈਂਸ਼ਨ ਕੰਟਰੈਕਸ਼ਨ? ਤਾਂ ਕਿ ਜਿਹੜਾ ਫੂਡ ਆਪਾਂ ਮੂੰਹ ਦੇ ਵਿੱਚ ਪਾਇਆ ਗਾ ਉਹ ਅੱਗੇ ਕੀ ਹੋਈ ਜਾਵੇ, ਉਹ ਅੱਗੇ ਅੱਗੇ ਪਾਸ ਹੋਈ ਜਾਵੇ। ਦਿਸ ਮੂਵਮੈਂਟ ਇਜ਼ ਪੈਰੀਸਟਾਲਟਿਕ ਮੂਵਮੈਂਟ। ਇਸ ਮੂਵਮੈਂਟ ਨੂੰ ਆਪਾਂ ਕੀ ਕਹਿੰਦੇ ਆ? ਪੈਰੀਸਟਾਲਟਿਕ ਮੂਵਮੈਂਟ। ਲਗਾਤਾਰ ਕੰਟਰੈਕਟ ਹੁੰਦੀ ਆ ਤੇ ਐਕਸਪੈਂਡ ਹੁੰਦੀ ਆ, ਕੰਟਰੈਕਟ ਹੁੰਦੀ ਆ ਤੇ ਐਕਸਪੈਂਡ ਹੁੰਦੀ ਆ। ਦਿਸ ਮੂਵਮੈਂਟ ਇਜ਼ ਕਾਲਡ ਪੈਰੀਸਟਾਲਟਿਕ ਮੂਵਮੈਂਟ। ਤਾਂ ਇਹ ਪੈਰੀਸਟਾਲਟਿਕ ਮੂਵਮੈਂਟ ਕਰਦੀ ਕਰਦੀ ਇਹ ਆਪਣੇ ਪੇਟ ਤੱਕ ਭੋਜਨ ਨੂੰ ਕੀ ਕਰ ਦਿੰਦੀ ਆ ਪੁੱਤਰ ਜੀ? ਪਹੁੰਚਾ ਦਿੰਦੀ ਆ, ਠੀਕ ਹੈ। ਤਾਂ ਈਸੋਫੇਗਸ ਦਿਖਿਆ ਹੋਇਆ, ਠੀਕ ਹੈ, ਲੌਂਗ ਮਸਕੂਲਰ ਟਿਊਬ ਆ। ਦੈਨ ਆ ਗਿਆ ਸਟਮਕ ਬੇਟਾ। ਸਟਮਕ ਹੁੰਦਾ ਜਿਹੜਾ ਇੱਕ ਪਾਊਚ ਦੀ ਤਰ੍ਹਾਂ ਹੁੰਦਾ, ਸੈਕ ਲਾਈਕ ਸਟਰਕਚਰ ਹੁੰਦਾ। ਸੈਕ ਦਾ ਮਤਲਬ ਹੁੰਦਾ ਪਾਊਚ, ਪਾਊਚ ਲਾਈਕ ਸਟਰਕਚਰ ਹੁੰਦਾ। ਆ ਦੇਖੋ ਸਟਮਕ ਹੈ, ਸਟਮਕ ਇਹਦਾ ਪਾਊਚ ਲਾਈਕ ਸਟਰਕਚਰ। ਤੇ ਇਹ ਪਾਊਚ ਲਾਈਕ ਸਟਰਕਚਰ ਹੁੰਦਾ ਜਿਹੜਾ ਇਹਦੇ ਵਿੱਚ ਫੂਡ ਟੈਂਪਰੇਰੀਲੀ ਸਟੋਰ ਹੁੰਦਾ, ਇਹਦੇ ਵਿੱਚ ਟੈਂਪਰੇਰੀਲੀ ਫੂਡ ਸਟੋਰ ਰਹਿੰਦਾ ਗਾ, ਠੀਕ ਹੈ ਬੇਟਾ। ਤੇ ਇਹ ਫੂਡ ਦੇ ਵਿੱਚ ਦੋ ਚੀਜ਼ਾਂ ਮਿਕਸਅਪ ਹੋ ਜਾਂਦੀਆਂ ਨੇ। ਵੈਸੇ ਤਾਂ ਤਿੰਨ ਚੀਜ਼ਾਂ ਮਿਕਸਅਪ ਹੁੰਦੀਆਂ ਨੇ, ਬਟ ਤੁਹਾਡੀ ਬੁੱਕ 'ਚ ਮੇ ਵੀ ਦੋ ਹੀ ਲਿਖੀਆਂ ਹੋਣਗੀਆਂ ਕਿਉਂਕਿ 7th ਕਲਾਸ 'ਚੋਂ। ਬਟ ਫਿਰ ਵੀ ਮੈਂ ਤੀਜੀ ਚੀਜ਼ ਵੀ ਤੁਹਾਨੂੰ ਦੱਸ ਦੂੰਗਾ ਕੀ ਮਿਕਸਅਪ ਹੁੰਦੀ ਆ। ਤਾਂ ਬੇਟਾ ਦੋ ਚੀਜ਼ਾਂ ਨੇ, ਇੱਕ ਤਾਂ HCl ਹੁੰਦਾ, ਹਾਈਡਰੋਕਲੋਰਿਕ ਐਸਿਡ, ਠੀਕ ਹੈ ਜੀ, ਜਿਹੜਾ ਭੋਜਨ ਦੇ ਵਿਚਲੇ ਬੈਕਟੀਰੀਆ ਮਾਰ ਦਿੰਦਾ ਗਾ। ਇਹ ਪੇਟ ਦੇ ਵਿੱਚੋਂ ਹੀ ਸਕਰੀਟ ਹੁੰਦਾ। ਪੇਟ ਦੀਆਂ ਜਿਹੜੀਆਂ ਵਾਲਸ ਹੁੰਦੀਆਂ ਨੇ ਉਹਦੇ ਵਿੱਚ ਗਲੈਂਡਸ ਹੁੰਦੇ ਨੇ ਜਿਹੜੇ HCl ਸਕਰੀਟ ਕਰਦੇ ਨੇ। ਹੁਣ ਬੇਟਾ ਇਹ ਜਿਹੜੇ HCl ਸਕਰੀਟ ਹੋਇਆ ਇਹ ਬਹੁਤ ਹੀ ਕੰਸਨਟ੍ਰੇਟਡ ਹੁੰਦਾ। ਇਹਦਾ ਮਤਲਬ ਆਪਣੀ ਪੇਟ ਦੀਆਂ ਜਿਹੜੀਆਂ ਵਾਲਸ ਨੇ ਉਹ ਜਲ ਸਕਦੀਆਂ ਨੇ, ਠੀਕ ਹੈ। ਐਸਿਡ ਹੁੰਦਾ ਨਾ, ਇਹ ਐਸਿਡ ਕਿਸੇ ਵੀ ਚੀਜ਼ ਨੂੰ ਖੋਰ ਦਿੰਦਾ, ਜਾਲ ਦਿੰਦਾ ਗਾ। ਪਰ ਐਸਿਡ ਨੂੰ, ਇਹ ਐਸਿਡ ਦੇ ਐਕਸ਼ਨ ਨੂੰ ਰੋਕਣ ਵਾਸਤੇ ਆਪਣੇ ਪੇਟ ਦੇ ਵਿੱਚ ਇੱਕ ਮਿਊਕਸ ਵੀ ਸਕਰੀਟ ਹੁੰਦਾ। ਮਿਊਕਸ ਕੀ ਹੁੰਦਾ? ਇੱਕ ਲਿਸਾ ਪਦਾਰਥ ਹੁੰਦਾ, ਲੇਸਦਾਰ ਪਦਾਰਥ ਹੁੰਦਾ। ਜਿਵੇਂ ਆਪਣਾ ਜ਼ੁਕਾਮ ਹੁੰਦਾ, ਨਜ਼ਲਾ ਹੁੰਦਾ, ਠੀਕ ਹੈ, ਉਹਨੂੰ ਮਿਊਕਸ ਬੋਲਦੇ ਨੇ। ਤਾਂ ਮਿਊਕਸ ਵੀ ਸਕਰੀਟ ਹੁੰਦਾ ਤਾਂ ਕਿ ਆਪਣੀਆਂ ਜਿਹੜੀਆਂ ਪੇਟ ਦੀਆਂ ਵਾਲਸ ਨੇ ਉਹ ਜਲ ਨਾ ਜਾਣ, ਠੀਕ ਹੈ। ਤੇ ਭੋਜਨ ਦੇ ਵਿੱਚ HCl ਤੇ ਮਿਊਕਸ ਦੋਨੇ ਕੀ ਹੋ ਜਾਂਦੇ ਨੇ? ਹੋ ਜਾਂਦੇ ਨੇ। HCl ਤਾਂ ਐਡ ਹੁੰਦਾ ਤਾਂ ਕਿ ਬੈਕਟੀਰੀਆ ਮਰ ਜਾਣ। ਨਾਲ ਦੀ ਨਾਲ ਬੇਟਾ ਇੱਕ ਐਂਜ਼ਾਈਮ ਵੀ ਪੇਟ ਦੇ ਵਿੱਚ ਐਡ ਹੁੰਦਾ, ਦੈਟ ਇਜ਼ ਨੋਨ ਐਜ਼ ਪੈਪਸਿਨ। ਉਹ ਬੇਟਾ ਜਿਹੜਾ ਪੈਪਸਿਨ ਐਂਜ਼ਾਈਮ ਆ ਨਾ, ਪੈਪਸਿਨ, ਇਹ ਯਾਦ ਰੱਖਿਓ। ਪੈਪਸਿਨ ਇਹ ਤੁਹਾਨੂੰ 10th ਕਲਾਸ 'ਚ ਬੜਾ ਹੈਲਪਫੁਲ ਹੋਊਗਾ, ਜਾਂ ਫਿਰ ਹਾਈਅਰ ਸਟੱਡੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਬਾਇਓਲੋਜੀ ਦੀਆਂ, ਤਾਂ ਉਹਦੇ ਵਿੱਚ ਪੈਪਸਿਨ ਐਂਜ਼ਾਈਮ ਆਉਂਦਾ, ਉਹ ਪੇਟ ਦੇ ਵਿੱਚ ਸਕਰੀਟ ਹੁੰਦਾ। ਪੈਪਸਿਨ ਪ੍ਰੋਟੀਨਸ ਨੂੰ ਬ੍ਰੇਕ ਡਾਊਨ ਕਰਨਾ ਸ਼ੁਰੂ ਕਰ ਦਿੰਦਾ ਪੁੱਤਰ, ਠੀਕ ਹੈ। ਪ੍ਰੋਟੀਨਸ ਨੂੰ ਪੈਪਸੀਨੋਜਨਸ ਦੇ ਵਿੱਚ ਬ੍ਰੇਕ ਡਾਊਨ ਕਰਨਾ ਸ਼ੁਰੂ ਕਰ ਦਿੰਦਾ, ਪੈਪਟਾਈਡਸ, ਸੌਰੀ, ਪ੍ਰੋਟੀਨਸ ਨੂੰ ਪੈਪਟਾਈਡਸ ਕਰ ਦਿੰਦਾ ਇਹ, ਠੀਕ ਹੈ। ਮਤਲਬ ਸਿੰਪਲ ਬਣਾ ਦਿੰਦਾ ਥੋੜ੍ਹਾ ਪ੍ਰੋਟੀਨਸ ਨੂੰ, ਇੱਕ ਤਰ੍ਹਾਂ ਨਾਲ ਐਂ ਯਾਦ ਰੱਖ ਲਓ, ਬਾਕੀ ਡਿਟੇਲ ਦੇ ਵਿੱਚ ਇੰਨਾ ਜਾਣ ਦੀ ਲੋੜ ਨਹੀਂ। ਇਹ ਪੈਪਸਿਨ ਆ ਜਿਹੜਾ, ਇਹ ਐਸਿਡਿਕ ਮੀਡੀਅਮ 'ਚ ਹੀ ਕੰਮ ਕਰਦਾ, ਮਤਲਬ HCl ਜ਼ਰੂਰੀ ਹੈ ਇਹਦੇ ਕੰਮ ਵਾਸਤੇ। ਤਾਂ HCl ਇੱਥੇ ਦੋ ਕੰਮ ਕਰਦਾ ਗਾ, ਇੱਕ ਤਾਂ ਬੈਕਟੀਰੀਆ ਕਿਲ ਕਰਦਾ ਗਾ, ਦੂਜਾ ਡਾਈਜੈਸ਼ਨ ਦੇ ਵਿੱਚ ਵੀ ਹੈਲਪ ਕਰਦਾ ਪ੍ਰੋਟੀਨਸ ਦੀ, ਠੀਕ ਹੈ। ਪ੍ਰੋਟੀਨਸ ਦੀ ਹੈਲਪ HCl ਕਰਦਾ ਗਾ ਡਾਈਜੈਸ਼ਨ ਦੇ ਵਿੱਚ, ਤਾਂ ਤੁਸੀਂ ਇਹ ਲਿਖ ਸਕਦੇ ਹੋ, ਠੀਕ ਹੈ ਜੀ। ਨੈਕਸਟ ਜਿਹੜਾ ਮਿਊਕਸ ਆ, ਮਿਊਕਸ ਆਪਣੀਆਂ ਸਟਮਕ ਦੀਆਂ ਵਾਲਸ ਨੂੰ ਬਚਾਉਂਦਾ ਤਾਂ ਕਿ ਜਿਹੜਾ HCl ਆ ਉਹਨਾਂ ਨੂੰ ਕੀ ਨਾ ਕਰਦੇ, ਖੋਰ ਨਾ ਦੇਵੇ ਜਾਂ ਨੁਕਸਾਨ ਨਾ ਪਹੁੰਚਾ ਦੇ, ਠੀਕ ਹੈ ਬੇਟਾ। ਨੈਕਸਟ ਚੀਜ਼ ਆਪਣੇ ਕੋਲ ਆਉਂਦੀ ਆ ਸਮਾਲ ਇੰਟਸਟਾਈਨ। ਸਮਾਲ ਇੰਟਸਟਾਈਨ ਬੇਟਾ ਪੇਟ ਤੋਂ ਨੀਚੇ ਪਾਈਪ ਹੁੰਦੀ ਆ, ਠੀਕ ਹੈ, ਬਹੁਤ ਹੀ ਗੁੰਝਲਦਾਰ ਪਾਈਪ ਹੁੰਦੀ ਆ। ਸਮਾਲ ਇੰਟਸਟਾਈਨ ਤੇ ਆਪਾਂ ਫੇਰ ਜਾਂਦੇ ਹਾਂ। ਸਮਾਲ ਇੰਟਸਟਾਈਨ ਦੇ ਵਿੱਚ ਕੀ ਹੁੰਦਾ? ਸਮਾਲ ਇੰਟਸਟਾਈਨ ਦੇ ਵਿੱਚ ਹੁਣ ਦੇਖੋ ਆਪਣੇ ਕੋਲ ਜਿਹੜਾ ਆਪਣੇ ਮਾਊਥ ਦੇ ਵਿੱਚ ਆ, ਹੈ ਨਾ, ਮਾਊਥ ਦੇ ਵਿੱਚ ਕੀ ਹੋਇਆ? ਮਾਊਥ ਦੇ ਵਿੱਚ ਤਾਂ ਹੋਇਆ ਪਹਿਲਾਂ ਸਟਾਰਚ ਆ, ਕੁਛ ਸਟਾਰਚ ਫਰਕਟੋਸ ਤੇ ਸ਼ੂਗਰ ਦੇ ਵਿੱਚ ਕਨਵਰਟ ਹੋ ਗਿਆ, ਠੀਕ ਹੈ। ਤੇ ਹੁਣ ਉਹ ਪੇਟ ਦੇ ਵਿੱਚ ਆ ਗਿਆ, ਪੇਟ ਦੇ ਵਿੱਚ ਸਟਾਰਚ ਨਾਲ ਕੁਛ ਨਹੀਂ ਹੋਇਆ। ਪ੍ਰੋਟੀਨਸ ਆਪਾਂ ਦੇਖੇ ਵੀ ਪੇਟ ਦੇ ਵਿੱਚ ਡਾਈਜੈਸਟ ਹੋ ਗਏ। ਇਹ ਤੋਂ ਬਾਅਦ ਪੁੱਤ ਰਹਿ ਗਏ ਫੈਟਸ, ਠੀਕ ਹੈ। ਡਾਈਜੈਸਟ ਮਤਲਬ ਉਹ ਪਾਰਸ਼ਲੀ ਡਾਈਜੈਸਟ ਹੋਏ ਨੇ, ਪੂਰੀ ਤਰ੍ਹਾਂ ਉਹ ਵੀ ਡਾਈਜੈਸਟ ਨਹੀਂ ਹੋਏ। ਹੁਣ ਇਹ ਤਿੰਨੇ ਚੀਜ਼ਾਂ ਕੀ 'ਚ ਆ ਗਈਆਂ? ਸਮਾਲ ਇੰਟਸਟਾਈਲ 'ਚ ਆ ਗਈਆਂ, ਇੱਕ ਚਾਈਮ ਦੇ ਰੂਪ ਦੇ ਵਿੱਚ। ਚਾਈਮ ਕੀ ਹੁੰਦਾ ਗਾ? ਇੱਕ ਐਸੀ ਭੋਜਨ ਨੂੰ ਜਦੋਂ ਆਪਾਂ ਚਿੱਥ ਕੇ ਖਾਂਦੇ ਤਾਂ ਆਪਣੇ ਮੂੰਹ ਦੇ ਵਿੱਚ ਕੀ ਬਣ ਜਾਂਦਾ ਗਾ? ਇੱਕ ਲਿਕੁਇਡ ਲਾਈਕ ਥਿੰਗ ਨਹੀਂ ਬਣ ਜਾਂਦੀ, ਹੈ ਨਾ, ਵੀ ਆਪਾਂ ਕਹਿ ਦਈਏ ਕਿ ਜੈਲੀ ਲਾਈਕ ਸਟਰਕਚਰ ਹੋ ਜਾਂਦਾ, ਹੋ ਜਾਂਦਾ ਟੈਕਸਚਰ ਜੈਲੀ ਵਰਗਾ ਹੋ ਜਾਂਦਾ, ਦੈਟ ਇਜ਼ ਕਾਲਡ ਚਾਈਮ। ਤਾਂ ਉਹ ਚਾਈਮ ਹੁਣ ਆਪਣਾ ਕਿਹਦੇ ਵਿੱਚ ਚਲਾ ਗਿਆ? ਇਹਨੂੰ ਕਾਇਮ ਵੀ ਕਹਿ ਦਿੰਦੇ ਨੇ ਕਈ ਵਾਰ, ਠੀਕ ਹੈ। ਇਹ ਆਪਣਾ ਕਿਹਦੇ ਵਿੱਚ ਚਲਾ ਗਿਆ? ਸਮਾਲ ਇੰਟਸਟਾਈਨ ਦੇ ਵਿੱਚ ਚਲਾ ਗਿਆ। ਸਮਾਲ ਇੰਟਸਟਾਈਨ ਦੇ ਵਿੱਚ ਜਾ ਕੇ ਪੁੱਤ ਇਹ ਉੱਥੇ ਕਾਫੀ ਟਾਈਮ ਪਿਆ ਰਹਿੰਦਾ ਗਾ, ਮਤਲਬ ਉੱਥੇ ਇਹ ਪੂਰੀ ਤਰ੍ਹਾਂ ਡਾਈਜੈਸਟ ਹੁੰਦਾ ਗਾ, ਠੀਕ ਹੈ। ਕਿਵੇਂ ਡਾਈਜੈਸਟ ਹੁੰਦਾ? ਇਹ ਪੁੱਤ ਹੁੰਦਾ ਡਾਈਜੈਸਟਿਵ ਐਨਜ਼ਾਈਮਸ ਨਾਲ ਡਾਈਜੈਸਟ। ਹੁਣ ਇਹ ਡਾਈਜੈਸਟਿਵ ਐਨਜ਼ਾਈਮ ਕਿੱਥੋਂ ਆਉਂਦੇ ਨੇ? ਇਹ ਬੇਟਾ ਜਿਹੜੇ ਡਾਈਜੈਸਟਿਵ ਐਨਜ਼ਾਈਮਸ ਨੇ ਜਿਨ੍ਹਾਂ ਨੇ ਪ੍ਰੋਟੀਨਸ ਨੂੰ ਪੂਰੀ ਤਰ੍ਹਾਂ ਡਾਈਜੈਸਟ ਕਰਨਾ, ਇਹਨਾਂ ਨੇ ਕਾਰਬੋਹਾਈਡਰੇਟਸ ਨੂੰ ਪੂਰੀ ਤਰ੍ਹਾਂ ਡਾਈਜੈਸਟ ਕਰਨਾ, ਮਤਲਬ ਸ਼ੂਗਰਸ ਨੂੰ, ਠੀਕ ਹੈ, ਤੇ ਇਹਨਾਂ ਨੇ ਹੀ ਫੈਟਸ ਨੂੰ ਪੂਰੀ ਤਰ੍ਹਾਂ ਡਾਈਜੈਸਟ ਕਰਨਾ। ਇਹ ਜਿਹੜੇ ਐਨਜ਼ਾਈਮ ਨੇ ਇਹ ਪੈਂਕਰੀਆ
ਨਾਮ ਦੇ ਇੱਕ ਔਰਗਨ ਜੋ ਆਉਂਦੇ ਨੇ, ਜਿਹੜਾ ਪੁੱਤ ਪੇਟ ਦੇ ਥੋੜ੍ਹਾ ਜਿਹਾ ਉੱਪਰ ਹੁੰਦਾ ਗਾ। ਦੇਖੋ ਫੋਰ ਐਗਜ਼ਾਮਪਲ ਮੈਂ ਇਹਦੇ ਵਿੱਚ ਦੇਖਾਂ ਤਾਂ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਦੇਖੋ ਆ ਲੀਵਰ ਆ, ਲੀਵਰ ਦੇ ਪੁੱਤ ਆ ਦੇਖੋ ਇਹ ਗਾਲ ਬਲੈਡਰ ਆ ਨਾ, ਇਹ ਲੀਵਰ ਤੇ ਗਾਲ ਬਲੈਡਰ ਤੇ ਪੇਟ ਦੇ ਵਿੱਚ, ਇੱਥੇ ਇਹਨਾਂ ਨੇ ਦਿਖਾਇਆ ਨਹੀਂ ਹੋਇਆ, ਇੱਥੇ ਇਹ ਆ ਦੇਖੋ ਇਹ ਪੈਂਕਰੀਆ ਆ ਯੈਲੋ ਜਿਹਾ ਇੱਥੇ, ਦਿਸ ਇਜ਼ ਪੈਂਕਰੀਆ। ਇਹ ਬੇਟਾ ਪੈਂਕਰੀਆ, ਇਹ ਪੈਂਕਰੀਆ ਕੀ ਕਰਦਾ, ਪੈਂਕਰੀਆ ਲਿਵਰ ਤੇ ਗਾਲ ਬਲੈਡਰ ਇਹ ਇੱਕੋ ਹੀ ਟਿਊਬ ਨਾਲ ਜੁੜੇ ਹੁੰਦੇ ਨੇ, ਤੇ ਅੱਗੇ ਜਿਹੜੀ ਟਿਊਬ ਆ ਇਹ ਕਿੱਥੇ ਖੁੱਲਦੀ ਆ, ਸਮਾਲ ਇੰਟੈਸਟਾਈਨ ਦੇ ਵਿੱਚ ਖੁੱਲਦੀ ਆ ਜਾ ਕੇ, ਠੀਕ ਹੈ। ਪੈਂਕਰੀਆ ਦੀ ਜਿਹੜੀ ਟਿਊਬ ਹੁੰਦੀ ਆ ਉਹ ਸਮਾਲ ਇੰਟੈਸਟਾਈਨ ਦੇ ਵਿੱਚ ਖੁੱਲਦੀ ਆ। ਪੈਂਕਰੀਆ ਬੇਟਾ 3 ਐਂਜ਼ਾਈਮ ਸਕਰੀਟ ਕਰਦਾ, ਇੱਕ ਐਂਜ਼ਾਈਮ ਸਕਰੀਟ ਕਰਦਾ ਸ਼ੂਗਰ ਨੂੰ ਗਲੂਕੋਜ਼ ਦੇ ਵਿੱਚ ਕਨਵਰਟ ਕਰਨ ਵਾਸਤੇ, ਇੱਕ ਐਂਜ਼ਾਈਮ ਸਕਰੀਟ ਕਰਦਾ ਜਿਹੜੇ ਪਾਰਸ਼ਲੀ ਡਾਈਜੈਸਟਡ ਪ੍ਰੋਟੀਨਸ ਸੀ ਉਹਨਾਂ ਨੂੰ ਅਮਾਈਨੋ ਐਸਿਡ ਦੇ ਵਿੱਚ ਕਨਵਰਟ ਕਰਨ ਵਾਸਤੇ, ਅਤੇ ਇੱਕ ਐਂਜ਼ਾਈਮ ਸਕਰੀਟ ਕਰਦਾ ਫੈਟ ਨੂੰ ਫੈਟੀ ਐਸਿਡ ਤੇ ਗਲਿਸਰੋਲ ਦੇ ਵਿੱਚ ਕਨਵਰਟ ਕਰਨ ਵਾਸਤੇ। ਤਾਂ ਆਪਾਂ ਨੂੰ ਇੱਥੋਂ ਲੱਗ ਜਾਂਦਾ ਵੀ ਜਿਹੜਾ ਪੈਂਕਰੀਆਸ ਦਾ ਮੇਨ ਕੰਮ ਪੈਂਕਰੀਆਸ ਦਾ ਐਂਜ਼ਾਈਮ ਸਕਰੀਟ ਕਰਨਾ, ਜਿਹਨੂੰ ਆਪਾਂ ਪੈਂਕਰੀਆਟਿਕ ਜੂਸ ਕਹਿ ਦਿੰਦੇ ਆ। ਤਾਂ ਪੈਂਕਰੀਆਟਿਕ ਜੂਸ ਦੇ 3 ਐਂਜ਼ਾਈਮ ਹੁੰਦੇ ਨੇ, ਇੱਕ ਐਂਜ਼ਾਈਮ ਕਰੂਗਾ ਕਿਹਨੂੰ, ਡਾਈਜੈਸਟ ਫੈਟਸ ਨੂੰ, ਇੱਕ ਐਂਜ਼ਾਈਮ ਕਰੂਗਾ ਕਿਹਨੂੰ, ਪ੍ਰੋਟੀਨਸ ਨੂੰ, ਠੀਕ ਹੈ, ਇੱਕ ਐਂਜ਼ਾਈਮ ਕਰੂਗਾ ਆਪਣੇ ਸ਼ੂਗਰ ਜਾਂ ਸਟਾਰਚ ਨੂੰ ਪੂਰਨ ਤੌਰ 'ਤੇ ਡਾਈਜੈਸਟ। ਪੂਰਨ ਤੌਰ 'ਤੇ ਡਾਈਜੈਸ਼ਨ ਦਾ ਮਤਲਬ ਕੀ ਹੁੰਦਾ, ਮਤਲਬ ਉਸ ਕੰਪਲੈਕਸ ਸਬਸਟਾਂਸ ਦਾ ਐਬਜ਼ੋਰਬੇਬਲ ਫਾਰਮ ਦੇ ਵਿੱਚ ਚੇਂਜ ਹੋ ਜਾਣਾ, ਬਿਲਕੁਲ ਠੀਕ ਹੈ। ਤਾਂ ਕਾਫੀ ਟਾਈਮ ਵੇ ਤਾਂ ਇਹਦੇ ਭੋਜਨ ਆ ਜਿਹੜਾ ਇਹਦੇ ਵਿੱਚ ਤੁਰਦਾ ਫਿਰਦਾ ਰਹਿੰਦਾ ਅਤੇ ਡਾਈਜੈਸਟ ਹੁੰਦਾ ਰਹਿੰਦਾ ਸਮਾਲ ਇੰਟੈਸਟਾਈਨ ਦੇ ਵਿੱਚ। ਤਾਂ ਲੀਵਰ, ਹੁਣ ਤੁਸੀਂ ਕਿਹਾ ਵੀ ਪੈਂਕਰੀਆ ਦਾ ਕੰਮ ਤਾਂ ਸਾਨੂੰ ਸਮਝ ਆ ਗਿਆ ਜੀ, ਲੀਵਰ ਦਾ ਕੀ ਕੰਮ ਆ ਬੇਟਾ, ਲੀਵਰ ਦਾ ਕੰਮ ਹੈਗਾ ਜਸਟ ਬਾਈਲ ਸਕਰੀਟ ਕਰਨਾ। ਬਾਈਲ ਇੱਕ ਜੂਸ ਆ, ਬਾਈਲ ਸਕਰੀਟ ਕਰਨਾ, ਬਾਈਲ ਦੇ ਨਾਲ ਉਹ ਇੱਕ ਬੇਸ ਵੀ ਸਕਰੀਟ ਕਰਦਾ ਗਾ, ਠੀਕ ਹੈ। ਦੇਖੋ ਪੇਟ ਨੇ ਭੋਜਨ ਨੂੰ ਐਸਿਡਿਕ ਕਰਤਾ, ਬਟ ਜਦੋਂ ਇਹ ਸਮਾਲ ਇੰਟੈਸਟਾਈਨ 'ਚ ਜਾਊਗਾ ਤਾਂ ਉਹਨੂੰ ਨਿਊਟਰਲ ਕਰਨਾ ਪਊਗਾ, ਤਾਂ ਉਹਦੇ ਲਈ ਆਪਾਂ ਨੂੰ ਬੇਸ ਚਾਹੀਦਾ ਹੋਊਗਾ ਪੇਟ ਦੇ ਵਿੱਚ, ਠੀਕ ਹੈ। ਤਾਂ ਉਹ ਜਿਹੜਾ ਬੇਸ ਐਸਿਡ ਤੇ ਬੇਸ ਚੈਪਟਰ ਪੜ੍ਹਾਂਗੇ ਆਪਾਂ, ਇੱਕ ਦੂਜੇ ਦੇ ਪੁੱਠੇ ਹੁੰਦੇ ਨੇ ਇਹ, ਠੀਕ ਹੈ। ਜੇ ਕਿਤੇ ਐਸਿਡ ਡੁੱਲ ਜੇ ਤਾਂ ਉੱਥੇ ਬੇਸ ਲਾ ਦਿੱਤਾ ਜਾਵੇ ਤਾਂ ਉਹ ਠੀਕ ਹੋ ਜਾਂਦਾ। ਤਾਂ ਬਟ ਤੇਜ਼ ਤੇਜ਼ ਲਾਉਣਾ ਚਾਹੀਦਾ ਅਤੇ ਮਾਈਲਡ ਬੇਸ ਲਾਉਣਾ ਚਾਹੀਦਾ, ਠੀਕ ਹੈ। ਆਪਾਂ ਦੇਖਾਂਗੇ ਐਸਿਡ ਦੇ ਬੇਸ ਚੈਪਟਰ ਦੇ ਵਿੱਚ, ਇੱਕ ਦੂਜੇ ਦੇ ਪੁੱਠੇ ਨੇ ਬਸ। ਜੇ ਇੱਕ ਚੀਜ਼ ਹੁੰਦੇ ਦੋਨੀ ਜ਼ਹਿਰੀਲੇ ਨੇ, ਹੁੰਦੇ ਦੋਨੀ ਖਤਰਨਾਕ ਨੇ, ਪਰ ਇਹ ਇੱਕ ਦੂਜੇ ਨੂੰ ਕੱਟ ਜਾਂਦੇ ਨੇ ਐਸਿਡ ਤੇ ਬੇਸ, ਠੀਕ ਹੈ। ਤਾਂ ਹੁਣ ਬੇਟਾ ਬਾਈਲ ਦੇ ਜਿਹੜਾ ਆਪਣਾ ਲਿਵਰ ਹੈ ਇਹਦੇ 2 ਕੰਮ ਨੇ, ਇੱਕ ਤਾਂ ਬੇਸਿਕ ਮੀਡੀਅਮ ਪ੍ਰੋਵਾਈਡ ਕਰਨਾ ਡਾਈਜੈਸ਼ਨ ਵਾਸਤੇ, ਦੂਜਾ ਇਹਦਾ ਕੰਮ ਆ ਬਾਈਲ ਸਕਰੀਟ ਕਰਨਾ। ਬਾਈਲ ਕੀ ਹੁੰਦਾ, ਬਾਈਲ ਜੂਸ ਬੋਲ ਦਿੰਦੇ ਨੇ ਉਹਨੂੰ, ਇਹ ਲੀਵਰ ਦੁਆਰਾ ਸਕਰੀਟ ਕੀਤਾ ਜਾਂਦਾ। ਅਤੇ ਬੇਟਾ ਇਹ ਜਿਹੜਾ ਲੀਵਰ ਆ ਇਹਦੇ ਗਾਲ ਬਲੈਡਰ ਆ ਨਾ, ਜਿਹੜਾ ਗਾਲ ਬਲੈਡਰ ਦੇ ਵਿੱਚ ਬਾਈਲ ਕੀ ਹੁੰਦਾ ਰਹਿੰਦਾ ਗਾ, ਆਪਣੇ ਕੋਲ ਸਟੋਰ ਹੁੰਦਾ ਰਹਿੰਦਾ, ਟੈਂਪਰੇਰੀ ਸਟੋਰ ਹੁੰਦਾ ਰਹਿੰਦਾ। ਫਿਰ ਜਦੋਂ ਗਾਲ ਬਲੈਡਰ ਭਰ ਜਾਂਦਾ ਫਿਰ ਇਹ ਸਮਾਲ ਇੰਟੈਸਟਾਈਨ ਦੇ ਵਿੱਚ ਬਾਈਲ ਜੂਸ ਪਾ ਦਿੰਦਾ ਗਾ। ਕਈ ਗਾਲ ਬਲੈਡਰ ਰਿਮੂਵ ਕਰ ਦਿੱਤਾ ਜਾਂਦਾ ਗਾ, ਤਾਂ ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ, ਠੀਕ ਹੈ, ਕਿਉਂਕਿ ਸਾਰਾ ਸਿੱਧਾ ਬਾਈਲ ਹੁਣ ਕੀ ਹੋਊਗਾ, ਹੁਣ ਉਹ ਸਟੋਰ ਨਹੀਂ ਹੋਊਗਾ, ਸਿੱਧਾ ਕਿਹਦੇ ਵਿੱਚ ਚਲਾ ਜਾਊਗਾ, ਸਮਾਲ ਇੰਟੈਸਟਾਈਨ ਦੇ ਵਿੱਚ ਚਲਾ ਜਾਊ। ਤਾਂ ਹੁਣ ਆਪਾਂ ਇਹਦਾ ਕੁਐਸਚਨ ਰਾਈਜ਼ ਹੁੰਦਾ ਵੀ ਬਾਈਲ ਦਾ ਕੀ ਕੰਮ ਆ, ਜੇ ਲੀਵਰ ਦਾ ਇਹ ਕੰਮ ਆ ਤਾਂ ਬਾਈਲ ਦਾ ਕੀ ਕੰਮ ਆ। ਪੁੱਤ ਬਾਈਲ ਦਾ ਕੰਮ ਇਹ ਹੈ ਵੀ ਇਹ ਫੈਟਸ ਨੂੰ ਐਮਲਸੀਫਾਈ ਕਰਦਾ ਗਾ, ਠੀਕ ਹੈ, ਫੈਟਸ ਨੂੰ ਐਮਲਸੀਫਾਈ ਕਰਦਾ, ਮਤਲਬ ਫੈਟਸ ਪਹਿਲਾਂ ਜੇ ਵੱਡੇ ਵੱਡੇ ਫੈਟ ਹੁੰਦੇ ਨੇ ਉਹਨਾਂ ਨੂੰ ਛੋਟੇ ਛੋਟੇ ਹਿੱਸਿਆਂ 'ਚ ਤੋੜ ਦਿੰਦਾ, ਪਰ ਡਾਈਜੈਸਟ ਨਹੀਂ ਕਰਦਾ। ਡਾਈਜੈਸਟ ਇਹਨਾਂ ਨੂੰ ਪੈਂਕਰੀਆਟਿਕ ਜੂਸ ਨਹੀਂ ਕਰਨਾ। ਇਟ ਹੈਲਪਸ, ਇਹ ਹੈਲਪ ਕਰਦਾ ਡਾਈਜੈਸ਼ਨ ਵਾਸਤੇ, ਠੀਕ ਹੈ। ਡਾਈਜੈਸਟ ਨਹੀਂ ਕਰਦਾ, ਇਹ ਹੈਲਪ ਕਰਦਾ ਗਾ ਡਾਈਜੈਸ਼ਨ ਵਾਸਤੇ ਆਫ ਫੈਟਸ ਦੀ ਡਾਈਜੈਸ਼ਨ ਲਈ ਇਹ ਹੈਲਪ ਕਰਦਾ। ਮਤਲਬ ਵੱਡੇ ਫੈਟਸ ਗਲੋਬਿਊਲਸ ਹੁੰਦੇ ਨੇ, ਵੱਡੇ ਫੈਟ ਦੇ ਟੁਕੜੇ ਹੁੰਦੇ ਨੇ, ਉਹਨਾਂ ਨੂੰ ਛੋਟੇ ਛੋਟੇ ਟੁਕੜਿਆਂ 'ਚ ਇੱਕ ਵਾਰ ਤੋੜ ਦਿੰਦਾ। ਉਦੋਂ ਬਾਅਦ ਠੀਕ ਹੈ ਬੇਟਾ ਲਾਈਪੇਸ ਨਾਮ ਦਾ ਐਂਜ਼ਾਈਮ ਹੁੰਦਾ ਜਿਹੜਾ ਪੈਂਕਰੀਆ ਸਕਰੀਟ ਕਰਦਾ, ਉਹ ਫੈਟਸ ਨੂੰ ਫੈਟੀ ਐਸਿਡ ਦੇ ਵਿੱਚ ਕੀ ਕਰ ਦਿੰਦਾ, ਕਨਵਰਟ ਕਰ ਦਿੰਦਾ ਗਾ। ਤਾਂ ਇਹ ਕੰਮ ਲੀਵਰ ਦਾ ਹੋ ਗਿਆ, ਇਹ ਬਾਈਲ ਜੂਸ ਸਕਰੀਟ ਕਰਦਾ, ਠੀਕ ਹੈ ਜੀ। ਤਾਂ ਲੀਵਰ ਦਾ ਕੰਮ ਜਦੋਂ ਆਪਾਂ ਡਿਸਕਸ ਕੀਤਾ, ਦੈਨ ਇੱਥੇ ਆਪਾਂ ਤਿੰਨੇ ਚੀਜ਼ਾਂ ਡਿਸਕਸ ਕਰ ਲਈਆਂ, ਬਾਈਲ ਵੀ ਕਰ ਲਿਆ, ਗਾਲ ਬਲੈਡਰ ਵੀ ਕਰ ਲਿਆ ਬੇਟਾ, ਪੈਂਕਰੀਆ ਵੀ ਕਰ ਲਿਆ, ਪੈਂਕਰੈਟਿਕ ਡਕਟ। ਡਕਟ ਦਾ ਮਤਲਬ ਕੀ ਹੁੰਦਾ, ਡਕਟ ਦਾ ਮਤਲਬ ਹੁੰਦੀ ਆ ਪਾਈਪ। ਤਾਂ ਕੋਈ ਵੀ ਡਕਟ, ਚਾਹੇ ਉਹ ਲਿਵਰ ਡਕਟ ਆ, ਚਾਹੇ ਉਹ ਬਾਈਲ ਡਕਟ ਆ, ਡਕਟ ਦਾ ਮਤਲਬ ਹੁੰਦਾ ਪਾਈਪਸ, ਠੀਕ ਹੈ ਜੀ। ਉਸ ਤੋਂ ਬਾਅਦ ਪੁੱਤ ਸਕਰੀਸ਼ਨ ਇਨ ਸਮਾਲ ਇੰਟੈਸਟਾਈਨ ਦੇ ਵਿੱਚ ਪ੍ਰੋਟੀਨਸ ਨੂੰ ਹੁਣ ਚੱਕੀ ਪੂਰੀ ਤਰ੍ਹਾਂ ਨਾਲ ਜਿਹੜਾ ਕਨਵਰਟ ਕਰਦਾ ਗਾ ਅਮਾਈਨੋ ਐਸਿਡ ਦੇ ਵਿੱਚ, ਉਹ ਹੁੰਦਾ ਆਪਣੇ ਕੋਲ ਟ੍ਰਿਪਸਿਨ, ਠੀਕ ਹੈ। ਉਹ ਵੀ ਪੈਂਕਰੀਆਟਿਕ ਜੂਸ 'ਚ ਆਉਂਦਾ। ਜਿਹੜਾ ਗਲੂਕੋਸ ਨੂੰ ਪੂਰੀ ਤਰ੍ਹਾਂ ਆਪਣਾ ਸ਼ੂਗਰਸ ਨੂੰ ਪੂਰੀ ਤਰ੍ਹਾਂ ਕਨਵਰਟ ਕਰਦਾ ਗਲੂਕੋਸ 'ਚ, ਉਹ ਹੁੰਦਾ ਪੁੱਤ ਅਮਾਈਲੇਸ, ਠੀਕ ਹੈ। ਉਹ ਵੀ ਆਪਣੇ ਕੋਲ ਪੈਂਕਰੀਆ ਦੇ ਵਿੱਚੋਂ ਹੀ ਆਉਂਦਾ ਗਾ।
ਤੇ ਜਿਹੜਾ ਫੈਟਸ ਨੂੰ ਫੈਟੀ ਐਸਿਡ 'ਚ ਕਨਵਰਟ ਕਰਦਾ ਉਹ ਹੁੰਦਾ ਲਾਈਪੇਸ, ਉਹ ਵੀ ਆਪਣੇ ਕੋਲ ਕਿਹਦੇ ਵਿੱਚੋਂ ਆਉਂਦਾ ਗਾ, ਯੂ ਕੈਨ ਸੇ ਪੈਂਕਰੀਆ ਵਿੱਚੋਂ। ਇਹ ਬੇਟਾ ਐਕਸਟਰਾ ਇਨਫੋਰਮੇਸ਼ਨ ਆ ਜਿਹੜੀ ਮੈਂ ਤੁਹਾਨੂੰ ਦੇ ਰਿਹਾ, ਠੀਕ ਹੈ। ਤੇ ਫਿਰ ਕੀ ਹੈ, ਜਦੋਂ ਭੋਜਨ ਇਹਦੇ ਵਿੱਚ ਪਿਆ ਪੂਰੀ ਤਰ੍ਹਾਂ ਨਾਲ ਟੁੱਟ ਜਾਂਦਾ ਗਾ, ਠੀਕ ਹੈ, ਡਾਈਜੈਸਟੇਬਲ ਫਾਰਮ ਦੇ ਵਿੱਚ ਟੁੱਟ ਜਾਂਦਾ, ਤਾਂ ਕੀ ਹੁੰਦਾ ਹੈ, ਹੁਣ ਇਹ ਭੋਜਨ ਨੇ ਆਪਣੇ ਬੋਡੀ ਦੇ ਵੇਰੀਅਸ ਪਾਰਟਸ ਤੱਕ ਜਾਣਾ ਗਾ। ਤਾਂ ਜਿਹੜਾ ਸਮਾਲ ਇੰਟੈਸਟਾਈਨ ਦੀਆਂ ਜਿਹੜੀਆਂ ਵਾਲਸ ਹੁੰਦੀਆਂ ਨੇ, ਮਤਲਬ ਸਮਾਲ ਇੰਟੈਸਟਾਈਨ ਇੱਕ ਪਾਈਪ ਆ, ਪਾਈਪ ਦੇ ਆਲੇ ਦੁਆਲੇ ਵਾਲੀ ਜਿਹੜੀ ਉਹਦੀ ਬਾਉਂਡਰੀ ਵਾਲ ਹੈ, ਉਹ ਬਾਉਂਡਰੀ ਵਾਲ ਡਾਈਜੈਸ਼ਨ ਉਹਨਾਂ ਨੂੰ ਐਬਜ਼ੋਰਬ ਕਰਨਾ ਸ਼ੁਰੂ ਕਰ ਦਿੰਦੀ ਆ। ਜਿਹੜੇ ਆਪਣੇ ਕੋਲ ਜਿਵੇਂ ਗਲੂਕੋਸ ਬਣ ਗਿਆ, ਫੈਟੀ ਐਸਿਡ ਬਣ ਗਏ ਅਤੇ ਅਮਾਈਨੋ ਐਸਿਡ, ਉਹ ਫੈਟੀ ਐਸਿਡ, ਅਮਾਈਨੋ ਐਸਿਡ ਅਤੇ ਗਲੂਕੋਸ ਹੁਣ ਐਬਜ਼ੋਰਬ ਹੋਣਾ ਸ਼ੁਰੂ ਹੋ ਗਏ, ਮਤਲਬ ਸਮਾਵੇਸ਼ ਹੋਣਾ ਸ਼ੁਰੂ ਹੋ ਗਏ। ਸਮਾਵੇਸ਼ ਦਾ ਮਤਲਬ ਹੁੰਦਾ ਮਤਲਬ ਉਹਦੀਆਂ ਵਾਲਸ ਦੇ ਵਿੱਚ ਜਾਣਾ ਸ਼ੁਰੂ ਕਰਤਾ ਉਹਨਾਂ ਨੇ। ਹੁਣ ਉਹਦੀਆਂ ਵਾਲਸ ਨੇ ਜਿਹੜੀਆਂ, ਉਹ ਪਿੱਛੋਂ ਬਲੱਡ ਨਾਲ ਸਪਲਾਈ ਕੀਤਾ ਹੋਇਆ ਉਹਨਾਂ ਨੂੰ, ਠੀਕ ਹੈ। ਇਹਦਾ ਮਤਲਬ ਇਨਡਾਇਰੈਕਟਲੀ ਜਿਹੜਾ ਡਾਈਜੈਸਟਡ ਫੂਡ ਆ ਉਹ ਆਪਣੇ ਕੋਲ ਕਿਹਦੇ ਵਿੱਚ ਚਲਾ ਜਾਊਗਾ, ਬਲੱਡ ਲਾਈਨ ਦੇ ਵਿੱਚ ਚਲਾ ਜਾਊਗਾ, ਅਤੇ ਬਲੱਡ ਲਾਈਨ ਦੇ ਵਿੱਚੋਂ ਉਹ ਇਕੱਲੇ ਸੈੱਲ ਤੱਕ ਜਾਊਗਾ। ਬੇਟਾ ਜਿਹੜੀਆਂ ਸਮਾਲ ਇੰਟੈਸਟਾਈਨ ਦੀਆਂ ਵਾਲਸ ਹੁੰਦੀਆਂ ਨੇ ਉਹ ਸਪੈਸ਼ਲੀ ਡਿਜ਼ਾਈਨਡ ਹੁੰਦੀਆਂ ਨੇ, ਉਹਨਾਂ ਉੱਤੇ ਨਾ ਫਿੰਗਰ ਲਾਈਕ ਪ੍ਰੋਜੈਕਸ਼ਨਸ ਹੁੰਦੀਆਂ ਨੇ, ਇਹ ਯਾਦ ਰੱਖਣਾ ਤੁਸੀਂ। ਉਹਨਾਂ ਉੱਤੇ ਫਿੰਗਰ ਲਾਈਕ ਪ੍ਰੋਜੈਕਸ਼ਨਸ ਹੁੰਦੀਆਂ ਨੇ ਜਿਹਨਾਂ ਨੂੰ ਤੁਸੀਂ ਵਿਲਾਏ ਬੋਲਦੇ ਹੋ। ਕੀ ਬੋਲਦੇ ਹੋ? ਵਿਲਾਏ। ਵਿਲਾਏ ਕੀ ਕਰਦੀਆਂ ਨੇ? ਵਿਲਾਏ ਐਬਜ਼ੋਰਬ ਕਰਨ ਵਾਸਤੇ ਏਰੀਆ ਇਨਕਰੀਜ਼ ਕਰ ਦਿੰਦੀਆਂ ਨੇਗੀਆਂ, ਠੀਕ ਹੈ। ਅਤੇ ਐਬਜ਼ੋਰਬ ਕਰਨ ਵਾਸਤੇ ਏਰੀਆ ਇਨਕਰੀਜ਼ ਕਰ ਦਿੰਦੀਆਂ, ਅਤੇ ਅੱਗੇ ਵਿਲਾਈਜ਼ ਦੇ ਵਿੱਚ ਹੁੰਦੀਆਂ ਨੇ ਬਲੱਡ ਕੈਪਿਲਰੀਜ਼। ਉਹ ਬਲੱਡ ਕੈਪਿਲਰੀਜ਼ ਜਦੋਂ ਹੁਣ ਵਿਲਾਏ ਨੇ ਭੋਜਨ ਐਬਜ਼ੋਰਬ ਕਰ ਲਿਆ, ਡਾਈਜੈਸਟਡ ਫੂਡ, ਉਹ ਅੱਗੇ ਬਲੱਡ ਦੇ ਵਿੱਚ ਚਲਾ ਗਿਆ, ਬਲੱਡ ਤੋਂ ਸੈਲਸ ਤੱਕ ਚਲਾ ਗਿਆ। ਦਿਸ ਹੋਲ ਪ੍ਰੋਸੈਸ ਇਜ਼ ਨੋਨ ਐਜ਼ ਅਸਿਮੀਲੇਸ਼ਨ ਆਫ ਫੂਡ। ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਅਸਿਮੀਲੇਸ਼ਨ ਕਹਿ ਦਿੰਦੇ ਹਾਂ। ਐਬਜ਼ੋਰਪਸ਼ਨ, ਡਾਈਜੈਸ਼ਨ ਤੋਂ ਬਾਅਦ ਐਬਜ਼ੋਰਪਸ਼ਨ, ਐਬਜ਼ੋਰਪਸ਼ਨ ਤੋਂ ਬਾਅਦ ਭੋਜਨ ਦਾ ਬਲੱਡ ਦੇ ਵਿੱਚ ਚਲਾ ਜਾਣਾ, ਦੈਟ ਇਜ਼ ਕਾਲਡ ਅਸਿਮੀਲੇਸ਼ਨ। ਅੱਗੇ ਅਸਿਮੀਲੇਸ਼ਨ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਹੋਊਗਾ ਰੈਸਪੀਰੇਸ਼ਨ ਹੋਊਗਾ, ਉਹ ਨੈਕਸਟ ਚੈਪਟਰ ਆ ਆਪਣਾ, ਠੀਕ ਹੈ, ਰੈਸਪੀਰੇਸ਼ਨ ਇਨ ਐਨੀਮਲ। ਉਹਦੇ ਵਿੱਚ ਕੀ ਆ, ਜਿਹੜਾ ਭੋਜਨ ਆਪਣਾ ਡਾਈਜੈਸਟ ਹੋ ਗਿਆ, ਉਹ ਭੋਜਨ ਕਿੱਥੇ ਚਲਾ ਜਾਊਗਾ? ਉਹ ਭੋਜਨ ਜਾਊਗਾ ਸੈਲਸ ਦੇ ਵਿੱਚ। ਸੈਲਸ ਦੇ ਵਿੱਚ ਉਹਦੀ ਐਨਰਜੀ ਸਕਰੀਟ ਕਰੂਗਾ ਉਹ, ਠੀਕ ਹੈ, ਐਨਰਜੀ ਰਿਲੀਜ਼ ਕਰੂਗਾ, ਐਨਰਜੀ ਬਣਾਊਗਾ। ਤਾਂ ਹੀ ਆਪਣੇ ਸੈੱਲ ਕੰਮ ਕਰਦੇ ਨੇ, ਤਾਂ ਹੀ ਆਪਾਂ ਕੰਮ ਕਰਦੇ ਹਾਂ, ਤਾਂ ਹੀ ਆਪਣਾ ਦਿਮਾਗ ਕੰਮ ਕਰਦਾ, ਠੀਕ ਹੈ ਬੇਟਾ। ਤਾਂ ਇਹਦੇ ਨਾਲ ਆਪਾਂ ਕਹਿ ਦਿੰਦੇ ਹਾਂ ਵੀ ਅਸਿਮੀਲੇਸ਼ਨ ਦੀ ਪ੍ਰੋਸੈਸ ਪੂਰੀ ਹੋ ਗਈ। ਦੈਨ ਲਾਸਟ ਪਾਰਟ ਆਫ ਆਵਰ ਡਾਈਜੈਸਟਿਵ ਸਿਸਟਮ ਦਾ ਬੇਟਾ ਦੂਸਰਾ ਨਾਮ ਆ ਐਲੀਮੈਂਟਰੀ ਕੈਨਾਲ, ਠੀਕ ਹੈ। ਤਾਂ ਚਲੋ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਤੁਹਾਨੂੰ ਲਿਵਰ ਰਿਗਾਰਡਿੰਗ। ਲਿਵਰ ਇਜ਼ ਦਾ ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ, ਠੀਕ ਹੈ, ਸਭ ਤੋਂ ਵੱਡਾ ਗਲੈਂਡ ਆ ਹਿਊਮਨ ਬੋਡੀ ਦਾ, ਠੀਕ ਹੈ। ਇਹ ਕਈ ਵਾਰ ਕੁਐਸਚਨ ਆ ਜਾਂਦਾ, ਨੇਮ ਦਾ ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ, ਦੈਟ ਇਜ਼ ਲਿਵਰ। ਤਾਂ ਬੇਟਾ ਨੈਕਸਟ ਵੀ ਵਿਲ ਮੂਵ ਟੂ ਲਾਰਜ ਇੰਟੈਸਟਾਈਨ। ਲਾਰਜ ਇੰਟੈਸਟਾਈਨ ਇਜ਼ ਅ ਵਾਈਡਰ ਸ਼ਾਰਟਨ। ਇਹ ਕੀ ਆ? ਇਹ ਚੌੜੀ ਹੁੰਦੀ ਆ ਪਰ ਸਮਾਲ ਇੰਟੈਸਟਾਈਨ ਤੋਂ ਛੋਟੀ ਹੁੰਦੀ ਆ। ਇਹਦਾ ਮੇਨ ਕੰਮ ਕੀ ਆ? ਹੁਣ ਦੇਖੋ, ਜਿਹੜਾ ਫੂਡ ਡਾਈਜੈਸਟ ਹੋ ਗਿਆ ਉਹ ਤਾਂ ਚਲਾ ਗਿਆ, ਅਸਿਮੀਲੇਟ ਵੀ ਹੋ ਗਿਆ। ਜਿਹੜਾ ਅਨਡਾਈਜੈਸਟਡ ਫੂਡ ਰਹਿ ਗਿਆ, ਠੀਕ ਹੈ, ਅਨਡਾਈਜੈਸਟਡ ਫੂਡ ਹੁਣ ਲਾਰਜ ਇੰਟੈਸਟਾਈਨ ਦੇ ਵਿੱਚ ਆਊਗਾ। ਇੱਥੇ ਉਹਦੇ ਵਿੱਚੋਂ ਪਾਣੀ ਸੋਖਿਆ ਜਾਊਗਾ, ਠੀਕ ਹੈ, ਅਤੇ ਉਹ ਪੋਟੀ ਦਾ ਰੂਪ ਧਾਰ ਲੂਗਾ, ਜਿਹਨੂੰ ਆਪਾਂ ਫੀਸਿਸ ਕਹਿੰਦੇ ਹਾਂ, ਠੀਕ ਹੈ। ਇਹਦੇ ਵਿੱਚ ਫੀਸਿਸ ਲਿਖਿਆ, FAECES, ਫੀਸਿਸ। ਫੀਸਿਸ ਦਾ ਮਤਲਬ ਕੁਛ ਨਹੀਂ, ਫੀਸਿਸ ਦਾ ਮਤਲਬ ਮਲ, ਠੀਕ ਹੈ। ਮਲ ਦਾ ਮਤਲਬ ਪੋਟੀ, ਜਿਹੜੀ ਤੁਸੀਂ ਪੋਟੀ ਕਹਿੰਦੇ ਹੋ ਸਵੇਰੇ, ਠੀਕ ਹੈ, ਉਹ ਚੀਜ਼ ਹੈ ਇਹ। ਹੁਣ ਇਹਦੇ ਵਿੱਚੋਂ ਕੀ ਆ, ਹੌਲੀ ਹੌਲੀ ਲਾਰਜ ਇੰਟੈਸਟਾਈਨ ਦੇ ਵਿੱਚ ਆਊਗਾ ਉਹ ਪਾਣੀ ਸੋਖੀ ਜਾਊਗਾ ਉਹਦੇ ਵਿੱਚੋਂ, ਠੀਕ ਹੈ, ਵੀ ਪਾਣੀ ਐਕਸਟਰਾ ਪਾਣੀ ਵੀ ਨਾ ਬਾਹਰ ਜਾਵੇ। ਨਾਲ ਕੁਛ ਸਾਲਟ ਹੋਣਗੇ, ਉਹ ਵੀ ਉਹ ਸੋਖੀ ਜਾਊਗਾ। ਲਾਰਜ ਇੰਟੈਸਟਾਈਨ ਦਾ ਇਹ ਕੰਮ ਆ। ਫਿਰ ਕੀ ਆ ਪੁੱਤੋ, ਇਹਦੇ ਐਂਡਲੇ ਪਾਰਟ ਤੇ ਆਜੂ ਰੈਕਟਮ। ਦੇਖੋ ਆ ਰੈਕਟਮ ਲਿਖਿਆ ਹੋਇਆ ਨਾ, ਇਹ ਰੈਕਟਮ ਤੇ ਆਜੂ। ਰੈਕਟਮ ਦੇ ਵਿੱਚ ਕੀ ਹੋਊਗਾ? ਜਿਹੜੇ ਫੀਸਿਸ ਹੋਣਗੇ ਉਹਨਾਂ ਦੇ ਵਿੱਚ ਕੀ ਮਿਕਸ ਕੀਤਾ ਜਾਊਗਾ? ਮਿਊਕਸ ਮਿਕਸ ਕੀਤਾ ਜਾਊ, ਤਾਂ ਕਿ ਜਿਹੜੇ ਫੀਸਿਸ ਨੇ ਉਹ ਆਰਾਮ ਨਾਲ ਬਾਹਰ ਨਿਕਲ ਸਕਣ, ਠੀਕ ਹੈ, ਥਰੂ ਦਾ ਪਾਥ ਆਫ ਐਨਸ, ਠੀਕ ਹੈ। ਐਨਸ ਕੀ ਆ? ਜਿਹੜੀ ਤੁਹਾਡੀ ਡਾਊਨ ਓਪਨਿੰਗ ਆ, ਠੀਕ ਹੈ, ਜਿਹੜੀ ਤੁਹਾਡੀ ਇੱਕ ਇਹ ਦੇਖੋ ਤੁਹਾਡੀਆਂ ਡਾਈਜੈਸਟਿਵ ਦੋ ਓਪਨਿੰਗਸ ਨੇ, ਇੱਕ ਤਾਂ ਤੁਹਾਡੀ ਮਾਊਥ ਆ, ਠੀਕ ਹੈ ਜੀ, ਇੱਕ ਤੁਹਾਡੀ ਡਾਊਨ ਓਪਨਿੰਗ ਆ ਜਿਹੜੀ ਲੈਗਸ ਦੇ ਵਿੱਚ ਹੁੰਦੀ ਆ, ਹਿਪਸ ਦੇ ਵਿਚਾਲੇ ਹੁੰਦੀ ਆ, ਠੀਕ ਹੈ, ਦੈਟ ਇਜ਼ ਐਨਸ। ਹੁਣ ਇਹਦੇ ਵਿੱਚ ਦੀ ਕੀ ਹੋਊਗਾ? ਆਪਣਾ ਭੋਜਨ ਬਾਹਰ ਨਿਕਲੂਗਾ। ਰੈਕਟਮ ਦਾ ਕੀ ਕੰਮ ਆ? ਰੈਕਟਮ ਦਾ ਕੰਮ ਆ ਵੀ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਮਿਊਕਸ ਪਾ ਦੇ, ਤਾਂ ਕਿ ਲੂਬਰੀਕੇਸ਼ਨ ਜਲਦੀ ਹੋ ਜੇ, ਮਤਲਬ ਜਿਹੜਾ ਉਹ ਬਾਹਲਾ ਸੁੱਕਾ ਨਾ ਰਹੇ, ਕਿਉਂਕਿ ਜੇ ਉਹ ਜ਼ਿਆਦਾ ਸੁੱਕਾ ਰਹੂ ਫੀਸਿਸ ਤਾਂ ਕਿ ਉਹ ਬਾਹਰ ਨਹੀਂ ਨਿਕਲਣਾ, ਜਾਂ ਫਿਰ ਇਹ ਕਾਫੀ ਬਿਮਾਰੀਆਂ ਦਾ ਕਾਰਨ ਬਣਦਾ ਗਾ ਜੇ ਜ਼ਿਆਦਾ ਸੁੱਕਾ ਹੋਵੇ ਫੀਸਿਸ, ਜਿਹਨੂੰ ਆਪਾਂ ਕੌਂਸਟੀਪੇਸ਼ਨ ਕਹਿ ਰਹੇ, ਕਬਜ਼ ਹੋ ਜਾਣੀ, ਠੀਕ ਹੈ। ਤਾਂ ਜੇ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਆ ਜਾਂ ਘਰੇ ਵੀ ਕਿਸੇ ਨੂੰ ਪ੍ਰੋਬਲਮ ਆ, ਤਾਂ ਉਹਨੂੰ ਕਹੋ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਵੇ। ਉਹ ਪਾਣੀ ਕੀ ਆ? ਉਹ ਰੈਕਟਮ ਤੱਕ ਪਹੁੰਚ ਰਿਹਾ, ਇੱਥੇ ਮਿਊਕਸ ਬਣਦਾ, ਤਾਂ ਉਹ ਆਰਾਮ ਨਾਲ ਕੀ ਕਰਦਾ ਗਾ ਆਪਣੇ ਕੋਲ ਬਾਹਰ ਕੱਢਦਾ ਗਾ ਜਿਹੜਾ ਆਪਣੇ ਫੀਸਿਸ ਹੁੰਦੇ ਨੇ, ਠੀਕ ਹੈ ਬੇਟਾ। ਤਾਂ ਇਹ ਲਾਰਜ ਇੰਟੈਸਟਾਈਨ ਦਾ ਇਹ ਕੰਮ ਹੋ ਗਿਆ।
ਨੈਕਸਟ ਆਪਾਂ ਗੱਲ ਕਰਦੇ ਹਾਂ ਡਾਈਜੈਸ਼ਨ ਇਨ ਗ੍ਰਾਸ ਈਟਿੰਗ ਐਨੀਮਲਸ। ਹੁਣ ਬੇਟਾ ਗ੍ਰਾਸ ਈਟਿੰਗ ਐਨੀਮਲ ਦੇ ਵਿੱਚ ਡਾਈਜੈਸ਼ਨ ਕਿਸ ਤਰ੍ਹਾਂ ਦੀ ਹੁੰਦੀ ਆ, ਦੇਖੋ ਗ੍ਰਾਸ ਈਟਿੰਗ ਔਰ ਕਡ ਚੂਇੰਗ ਐਨੀਮਲ, ਕਡ ਮਤਲਬ ਜਗਾਲੀ ਕਰਨ ਵਾਲੇ, ਠੀਕ ਹੈ। ਤਾਂ ਗ੍ਰਾਸ ਈਟਿੰਗ ਐਨੀਮਲ ਹੁੰਦੇ ਨੇ ਜਾਂ ਫਿਰ ਜਗਾਲੀ ਕਰਨ ਵਾਲੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਰੂਮੀਨੈਂਟਸ। ਇਹਨਾਂ ਨੂੰ ਰੂਮੀਨੈਂਟ ਕਿਉਂ ਕਹਿੰਦੇ, ਇਹਦਾ ਆਪਾਂ ਅੱਗੇ ਆਨਸਰ ਦੇਖਦੇ ਹਾਂ। ਇਹਨਾਂ ਦੇ ਸਾਰੇ ਜਿੰਨੇ ਵੀ ਆਪਣੇ ਕੋਲ ਭੋਜਨ ਜਿਹੜੇ ਉਹ ਕਰਦੇ ਨੇਗੇ, ਫੋਰ ਐਗਜ਼ਾਮਪਲ ਕਾਓ ਹੋ ਗਈ, ਬਫੈਲੋ ਹੋ ਗਈ, ਹਾਰਸ ਹੋ ਗਿਆ, ਠੀਕ ਹੈ, ਕੈਮਲ ਹੋ ਗਿਆ, ਕੁਛ ਵੀ ਹੋ ਗਿਆ, ਜਿਹੜੇ ਸ਼ਾਕਾਹਾਰੀ ਨੇ, ਡੀਅਰ ਹੋ ਗਿਆ, ਉਹ ਸਾਰੇ ਕੀ ਨੇਗੇ ਰੂਮੀਨੈਂਟਸ ਨੇ। ਕਹਿੰਦਾ ਰੂਮੀਨੈਂਟ ਦਾ ਜਿਹੜਾ ਸਟਮਕ ਹੁੰਦਾ ਨਾ ਉਹ 4 ਚੈਂਬਰਡ ਸਟਮਕ ਹੁੰਦਾ, ਮਤਲਬ ਉਹਨਾਂ ਦਾ ਪੇਟ 4 ਹਿੱਸਿਆਂ 'ਚ ਡਿਵਾਈਡ ਹੁੰਦਾ ਗਾ, ਠੀਕ ਹੈ। ਤੇ ਜਿਹੜਾ ਆਪਣਾ ਪਹਿਲਾ ਚੈਂਬਰ ਆ ਉਹਨੂੰ ਆਪਾਂ ਰਿਊਮਨ ਬੋਲਦੇ ਆ, ਰਿਊਮਨ। ਰਿਊਮਨ ਦੇ ਵਿੱਚ ਕੀ ਆ, ਫੂਡ ਆ ਜਿਹੜਾ ਉਹ ਪਹਿਲਾਂ ਤਾਂ ਉਹ ਕੀ ਕਰਦੇ ਨੇ, ਦੇਖੋ ਤੁਸੀਂ ਕਦੇ ਦੇਖਿਆ ਹੋਊਗਾ ਗਾਂ ਜਾਂ ਮੱਝ ਕਿਵੇਂ ਭੋਜਨ ਖਾਂਦੀ ਆ। ਉਹ ਪਹਿਲਾਂ ਬਹੁਤ ਜ਼ਿਆਦਾ ਭੋਜਨ ਆਪਦੇ ਅੰਦਰ ਲੈ ਲੈਂਦੀ ਆ, ਫਿਰ ਉਹ ਭੋਜਨ ਇੱਕ ਟੈਂਪਰੇਰੀਲੀ ਸਟੋਰ ਹੋ ਜਾਂਦਾ ਕਿਤੇ ਜਾ ਕੇ ਉਹਨਾਂ ਦੇ। ਉਹ ਟੈਂਪਰੇਰੀਲੀ ਜਿਹੜਾ ਸਟੋਰ ਭੋਜਨ ਹੁੰਦਾ ਉਹ ਰਿਊਮਨ ਦੇ ਵਿੱਚ ਜਾ ਕੇ ਸਟੋਰ ਹੁੰਦਾ, ਇੱਥੇ ਸਟੋਰ ਹੁੰਦਾ। ਉਦੋਂ ਬਾਅਦ ਕਰਦੇ ਨੇ, ਉਦੋਂ ਬਾਅਦ ਇਹ ਇਹੀ ਭੋਜਨ, ਸੇਮ ਭੋਜਨ ਨੂੰ ਕੀ ਕਰਦੇ ਨੇ, ਆਪਦੇ ਮੂੰਹ 'ਚ ਦੁਬਾਰੇ ਲੈ ਕੇ ਆਉਂਦੇ ਨੇ ਪੁੱਤ, ਠੀਕ ਹੈ। ਇਹ ਆਪਦੇ ਇਹੀ ਭੋਜਨ ਨੂੰ ਦੇ ਵਿੱਚ ਦੁਬਾਰੇ ਲੈ ਕੇ ਆਉਂਦੇ ਨੇ ਤੇ ਜਗਾਲੀ ਕਰਦੇ ਨੇ। ਜਦੋਂ ਝੱਗ ਜੀ ਨਿਕਲਣ ਲੱਗ ਜਾਂਦੀ ਉਹਨਾਂ ਦੇ ਮੂੰਹ 'ਚੋਂ, ਉਹ ਹੁੰਦੀ ਆ ਜਗਾਲੀ ਕਰਨੀ, ਮਤਲਬ ਕੱਡ ਚੂਇੰਗ ਕਰਨੀ, ਠੀਕ ਹੈ। ਤਾਂ ਉਹ ਕੱਡ ਬਣ ਜਾ, ਪਹਿਲਾਂ ਜਿਹੜਾ ਅੰਦਰ ਲੈ ਕੇ ਗਏ ਨੇ ਉਹ ਕੱਡ ਹੈ, ਕੱਡ ਨੂੰ ਇਹ ਦੁਬਾਰਾ ਆਪਦੇ ਮੂੰਹ 'ਚ ਲੈ ਕੇ ਆ ਕੇ ਉਹਨੂੰ ਪ੍ਰੋਪਰ ਤੌਰ 'ਤੇ ਪੀਸਦੇ ਨੇ ਉਹਨੂੰ, ਠੀਕ ਹੈ। ਉਹਨੂੰ ਮਤਲਬ ਸੋਲਿਡ ਤੋਂ ਬਿਲਕੁਲ ਲਿਕੁਇਡ ਫਾਰਮ ਦੇ ਵਿੱਚ ਕਰ ਦਿੰਦੇ ਨੇ। ਉਹ ਕਿਉਂ ਕਰਦੇ ਨੇ ਇਸ ਤਰ੍ਹਾਂ ਨਾਲ, ਕਿਉਂਕਿ ਬੇਟਾ ਜਿਹੜਾ ਭੋਜਨ ਉਹ ਖਾ ਰਹੇ ਨੇ ਉਹਦੇ ਵਿੱਚ ਜ਼ਿਆਦਾ ਮਾਤਰਾ ਸੈਲੂਲੋਜ਼ ਦੀ ਆ, ਠੀਕ ਹੈ। ਉਹਦੇ ਵਿੱਚ ਜ਼ਿਆਦਾ ਮਾਤਰਾ ਕਿਹਦੀ ਆ, ਸੈਲੂਲੋਜ਼। ਤੇ ਸੈਲੂਲੋਜ਼ ਤਾਂ ਹੀ ਡਾਈਜੈਸਟ ਹੁੰਦਾ ਜੇ ਉਹ ਪੂਰੀ ਤਰ੍ਹਾਂ ਨਾਲ ਪੀਸਿਆ ਜਾਵੇ, ਠੀਕ ਹੈ ਜੀ। ਤਾਂ ਹੁਣ ਉਹ ਜਿਹੜਾ ਉਹ ਦੁਬਾਰੇ ਪੀਸਿਆ ਹੋਇਆ ਭੋਜਨ ਆ ਫਿਰ ਉਹ ਅੰਦਰ ਲੈ ਜਾਂਦੇ ਨੇ। ਇਹਦਾ ਮਤਲਬ ਉਹ ਕੁਛ ਡਾਈਜੈਸ਼ਨ ਪਹਿਲਾਂ ਕਰਕੇ ਉਹਨੂੰ ਦੁਬਾਰਾ ਮੂੰਹ 'ਚ ਲੈ ਕੇ ਆ ਕੇ ਫਿਰ ਉਹਨੂੰ ਪ੍ਰੋਪਰ ਤੌਰ 'ਤੇ ਲਿਕੁਇਡ ਫਾਰਮ ਹੈ ਬਿਲਕੁਲ ਬਰੀਕ ਕਰਕੇ ਅੰਦਰ ਦੁਬਾਰੇ ਲੈ ਜਾਂਦੇ ਨੇ, ਠੀਕ ਹੈ ਜੀ। ਤਾਂ ਅੰਦਰ ਜਦੋਂ ਲੈ ਕੇ ਜਾਂਦੇ ਨੇ ਉਹ, ਤਾਂ ਕਿਉਂਕਿ ਵੀ ਉਹ ਸੈਲੂਲੋਜ਼ ਨੂੰ ਡਾਈਜੈਸਟ ਕਰ ਸਕਣ, ਠੀਕ ਹੈ ਜੀ। ਫਿਰ ਇਹ ਰੈਸਟ ਆਫ ਦਾ 3 ਚੈਂਬਰਸ ਦੇ ਵਿੱਚ ਜਾਂਦਾ ਉਹਦਾ ਭੋਜਨ, ਤੇ ਉੱਥੇ ਜਾ ਕੇ ਉਹ ਡਾਈਜੈਸਟ ਹੋ ਜਾਂਦਾ, ਠੀਕ ਹੈ ਜੀ। ਕਹਿੰਦਾ ਰੂਮੀਨੈਂਟਸ ਹੈਵ ਸੈਕ ਲਾਈਕ ਸਟਰਕਚਰ ਬਿਟਵੀਨ ਸਮਾਲ ਇੰਟੈਸਟਾਈਨ ਐਂਡ ਲਾਰਜ ਇੰਟੈਸਟਾਈਨ ਨੋਨ ਐਜ਼ ਕੈਕਮ, ਠੀਕ ਹੈ ਜੀ। ਇੱਥੇ ਕੈਕਮ ਵੀ ਹੁੰਦਾ ਇੱਕ, ਆਹ ਦੇਖੋ ਦਿਖਾਵਾਂ ਮੈਂ ਤੁਹਾਨੂੰ, ਆਹ ਰਿਊਮਨ ਆ ਗਿਆ, ਆਹ ਪੁੱਤ ਸਮਾਲ ਇੰਟੈਸਟਾਈਨ ਆ, ਆਹ ਲਾਰਜ ਇੰਟੈਸਟਾਈਨ ਆ, ਜਿਹੜੀ ਪਿੱਛੇ ਆ ਇਹਦੇ ਗੋਲ ਗੋਲ ਜੀ, ਇਹ ਲਾਰਜ ਇੰਟੈਸਟਾਈਨ ਆ ਇਹਦੇ ਵਿੱਚ। ਤਾਂ ਇਹਨਾਂ ਦੇ ਵਿਚਾਲੇ, ਠੀਕ ਹੈ, ਜਿਵੇਂ ਆਹ ਜਿਹੜਾ ਮੋਟਾ ਜਿਹਾ ਹੈਗਾ ਆਹ, ਇਹ ਕੈਕਮ ਆ। ਇਹ ਕੈਕਮ ਕੀ ਕਰਦਾ, ਕੈਕਮ ਬੇਟਾ, ਕੈਕਮ ਦੇ ਵਿੱਚ ਬੈਕਟੀਰੀਆਜ਼ ਹੁੰਦੇ ਨੇ। ਹਿਊਮਨਸ ਦੇ ਵੀ ਐਨਸ ਦੇ ਵਿੱਚ ਬੈਕਟੀਰੀਆ ਹੁੰਦੇ ਨੇ, ਠੀਕ ਹੈ। ਇਸਚੀਰੀਆ ਕੋਲਾਈ ਬੈਕਟੀਰੀਆ ਹਿਊਮਨ ਦੇ ਵੀ ਹੁੰਦੇ ਨੇਗੇ, ਜਿਹੜੇ ਕਾਫੀ ਬਿਮਾਰੀਆਂ ਦਾ ਕਾਰਨ ਬਣਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਕਿਸੇ ਨੂੰ ਬਿਮਾਰੀ ਹੋ ਗਈ, ਜਿਵੇਂ ਡਾਇਰੀਆ ਹੋ ਗਿਆ, ਉਹਦਾ ਰੀਜ਼ਨ ਇਸਚੀਰੀਆ ਕੋਲਾਈ ਬੈਕਟੀਰੀਆ ਬਣਦਾ। ਇਹਦੇ ਵਿੱਚ ਜਿਹੜੇ ਬੈਕਟੀਰੀਆ ਹੁੰਦੇ ਨੇ ਮਿਥੈਨੋਜਨਸ ਬੈਕਟੀਰੀਆ। ਕਿਹੜੇ ਬੈਕਟੀਰੀਆ ਹੁੰਦੇ ਨੇ, ਮਿਥੈਨੋਜਨ। ਉਹ ਬੇਟਾ ਮਿਥੈਨੋਜਨ ਬੈਕਟੀਰੀਆ ਦੋ ਕੰਮ ਕਰਦੇ ਨੇ, ਇੱਕ ਤਾਂ ਉਹ ਡਾਈਜੈਸ਼ਨ ਕਰਦੇ ਨੇ ਜਿਹੜਾ ਸੈਲੂਲੋਜ਼ ਆ, ਦੂਜਾ ਕੀ ਆ, ਜਦੋਂ ਉਹ ਥਰੂ ਦਾ ਵੇਸਟ ਮਟੀਰੀਅਲ ਬਾਹਰ ਨਿਕਲਦੇ ਨੇ, ਉਦੋਂ ਜਦੋਂ ਆਪਾਂ ਬਾਇਓਗੈਸ ਪਲਾਂਟ ਦੇ ਵਿੱਚ ਗੋਹਾ ਵਗੈਰਾ ਸਿੱਟਦੇ ਹਾਂ ਤਾਂ ਉਹਦੇ ਵਿੱਚੋਂ ਮਿਥੈਨੋਜਨਸ ਬੈਕਟੀਰੀਆ ਮਿਥੇਨ ਸਕਰੀਟ ਕਰਦੇ ਨੇ, ਠੀਕ ਹੈ, ਮਿਥੇਨ ਗੈਸ ਪੈਦਾ ਕਰਦੇ ਨੇ। ਤਾਂ ਜਿਹੜੇ ਇਹਨਾਂ ਦੇ ਪੇਟ 'ਚ ਬੈਕਟੀਰੀਆ ਹੁੰਦੇ, ਮਤਲਬ ਇਹਨਾਂ ਦੇ ਲਾਰਜ ਇੰਟੈਸਟਾਈਨ 'ਚ ਬੈਕਟੀਰੀਆ ਹੁੰਦੇ ਨੇ ਕੈਕਮ ਦੇ ਵਿੱਚ, ਉਹ ਮਿਥੈਨੋਜਨਸ ਹੁੰਦੇ ਨੇ। ਉਹ ਮਿਥੇਨ ਵੀ ਪੈਦਾ ਕਰਦੇ ਨੇ ਬਾਇਓਗੈਸ ਪਲਾਂਟ ਦੇ ਵਿੱਚ, ਅਤੇ ਇਹਨਾਂ ਦਾ ਸੈਲੂਲੋਜ਼ ਵੀ ਕੀ ਕਰਦੇ ਨੇ ਪੁੱਤ, ਡਾਈਜੈਸਟ ਕਰਦੇ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਕਾफ़ੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਥੋੜ੍ਹੀਆਂ ਬੁੱਕ 'ਚ ਨਹੀਂ ਲਿਖੀਆਂ ਹੋਈਆਂ, ਪਰ ਮੈਂ ਫਿਰ ਵੀ ਤੁਹਾਨੂੰ ਦੱਸੀਆਂ। ਉਹ ਤਾਂ ਦੱਸੀਆਂ ਨੇ ਪੁੱਤ ਕਿਉਂਕਿ ਜਿਹੜਾ ਨੈਕਸਟ ਤੁਹਾਡੇ ਕਲਾਸਿਸ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਹੈਲਪਫੁਲ ਹੋਣਗੀਆਂ। ਅਤੇ ਆਪਾਂ ਕੀ ਕਰਨਾ, ਆਪਾਂ ਸਿੰਪਲ ਉਹ ਚੀਜ਼ਾਂ ਯਾਦ ਰੱਖਣੀਆਂ ਨੇ ਫਿਲਹਾਲ ਵਾਸਤੇ, ਜਿਹੜੀਆਂ ਚੀਜ਼ਾਂ ਤੁਹਾਡੀ ਬੁੱਕ ਦੇ ਵਿੱਚ ਨੇਗੀਆਂ। ਜਦੋਂ ਤੁਸੀਂ ਰੀਡ ਕਰੋਗੇ ਤਾਂ ਇਹਦੀ ਇਕੱਲੀ ਇਕੱਲੀ ਲਾਈਨ ਮੈਂ ਤੁਹਾਨੂੰ ਸਮਝਾ ਚੁੱਕਿਆ ਅਤੇ ਐਕਸਟਰਾ ਚੀਜ਼ਾਂ ਵੀ ਦੱਸ ਚੁੱਕਿਆ, ਠੀਕ ਹੈ ਜੀ। ਤਾਂ ਇਹ ਤੁਸੀਂ ਕੀ ਕਰਨਾ, ਇਹਦੀ ਇਕੱਲੀ ਇਕੱਲੀ ਲਾਈਨ ਤਾਂ ਆਪਦੇ ਮਾਈਂਡ 'ਚ ਰੱਖਣੀ ਆ, ਠੀਕ ਹੈ ਜੀ। ਕਿਉਂਕਿ ਕਿਵੇਂ ਵੀ ਕੁਐਸਚਨ ਆ ਸਕਦਾ, ਆਪਾਂ ਕਿਵੇਂ ਵੀ ਪਲਟਾ ਕੇ ਕੁਐਸਚਨ ਪਾ ਸਕਦੇ ਨੇ ਉਹ, ਪਰ ਤੁਸੀਂ ਉਹਦੇ ਲਈ ਪ੍ਰਿਪੇਅਰ ਰਹਿਣਾ, ਤੁਸੀਂ ਡਰਨਾ ਨਹੀਂ ਹੈਗਾ। ਕਿਉਂਕਿ ਇੱਕ ਇੱਕ ਦੋ ਦੋ ਲਾਈਨਾਂ ਹੀ ਨੇ, ਦੇਖੋ ਤੁਹਾਡੇ ਸਾਹਮਣੇ ਹਰੇਕ ਪਾਰਟ ਦੀਆਂ ਸਿਰਫ ਇੱਕ ਇੱਕ ਦੋ ਦੋ ਲਾਈਨਸ ਨੇ। ਇੰਨਾ ਜ਼ਿਆਦਾ ਤੁਹਾਨੂੰ ਇਹ ਦੱਸਿਆ ਨਹੀਂ ਗਿਆ ਜਿੰਨਾ ਸ਼ਾਇਦ ਹੈ ਨਾ ਵੀ ਹਾਈਅਰ ਕਲਾਸਿਸ ਦੇ ਵਿੱਚ ਹੁੰਦਾ। ਪਰ ਮੈਂ ਫਿਰ ਵੀ ਤੁਹਾਨੂੰ ਇੱਕ ਵਾਰ ਟਰਾਈ ਕੀਤਾ ਵੀ ਤੁਹਾਨੂੰ ਹਾਈ ਕਲਾਸਿਸ ਦੀਆਂ ਚੀਜ਼ਾਂ ਵੀ ਇੱਕ ਵਾਰ ਤੁਹਾਡੇ ਕੰਨਾਂ ਥਈ ਦੀ ਨਿਕਲ ਜਾਣ। ਯਾਦ ਨਾ ਕਰਿਓ, ਠੀਕ ਹੈ, ਉਹ ਚੀਜ਼ਾਂ ਯਾਦ ਸਿਰਫ ਆਪਾਂ ਬੁੱਕ ਵਾਲੀਆਂ ਹੀ ਕਰਨੀਆਂ ਨੇ, ਬਟ ਉਹ ਕੰਨਾਂ ਥਈ ਦੀ ਨਿਕਲ ਜਾਣ ਇੱਕ ਵਾਰ, ਤੁਹਾਨੂੰ ਅੱਗੀਆਂ ਕਲਾਸਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਤਾਂ ਬੇਟਾ ਧੰਨਵਾਦ ਵੀਡੀਓ ਦੇਖਣ ਵਾਸਤੇ। ਨੈਕਸਟ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਿਹੜਾ ਇੱਕ ਟੰਗ ਵਾਲਾ,
ਠੀਕ ਹੈ। ਇੱਕ ਟੀਥ ਟੰਗ ਤੇ ਇੱਕ ਜਿਹੜੀ ਐਕਟੀਵਿਟੀ ਆ ਜਿਹਦੇ ਵਿੱਚ ਆਪਾਂ ਦੱਸਣਾ ਵੀ ਮੂੰਹ ਦੇ ਵਿੱਚ ਹੀ ਜਿਹੜਾ ਸਟਾਰਚ ਆ ਉਹ ਡਾਈਜੈਸਟ ਹੋਣਾ ਸ਼ੁਰੂ ਕਰ ਦਿੰਦਾ। ਤੇ ਲਾਸਟ ਪਾਰਟ ਇਹਦਾ ਰਹਿ ਗਿਆ ਜਿਹੜਾ ਆਪਣਾ ਨਿਊਟ੍ਰੀਸ਼ਨ ਇਨ ਅਮੀਬਾ, ਹੋਲੋਜ਼ੋਇਕ ਨਿਊਟ੍ਰੀਸ਼ਨ, ਉਹ ਆਪਾਂ ਤੀਜੇ ਪਾਰਟ ਦੇ ਵਿੱਚ ਕਰਾਂਗੇ। ਫੋਰਥ ਪਾਰਟ ਦੇ ਵਿੱਚ ਆਪਾਂ ਇਹਦੇ ਕੁਐਸਚਨਸ ਅਟੈਂਪਟ ਕਰਾਂਗੇ, ਇਹਦੀ ਬੈਕ ਐਕਸਰਸਾਈਜ਼ ਪੂਰੀ ਕਰਾਂਗੇ। ਥੈਂਕ ਯੂ ਬੇਟਾ।